ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ਖਨ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਜਾਣਦੇ ਹੋ ਕਿ ਮੇਰੇ ਨਾਲ ਅੱਜ ਸੰਜੀਵ ਖੰਨਾ ਜੀ ਬੈਠੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਅੱਗੇ ਅਸੀਂ ਉਹ ਮਸਲਿਆਂ ਨੂੰ ਡਿਸਕਸ ਕਰੀਏ ਜਿਹੜੇ ਪੰਜਾਬ ਦੇ ਨਹੀਂ ਸਗੋਂ ਬਾਹਰਲੇ ਦੇਸ਼ਾਂ 'ਚ ਵੀ ਵਾਪਰ ਰਹੇ ਨੇ ਔਰ ਜੋ ਇਫੈਕਟ ਜਿਹਦਾ ਪ੍ਰਭਾਵ ਪੰਜਾਬ 'ਤੇ ਪੈਂਦਾ ਉਹਨਾਂ ਵਿੱਚੋਂ ਜਿਹੜਾ ਵੀ ਕੋਈ ਚੋਣਵਾਂ ਮਸਲਾ ਉਹ ਕਿਹੜਾ ਹੈ ਜਿਹੜਾ ਅਸੀਂ ਅੱਜ ਆਪਣੀ ਦਰਸ਼ਕਾਂ ਦੀ ਨਜ਼ਰ ਕਰੀਏ। ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਅਮਰੀਕਾ ਜੀ। ਜੋ ਬਾਈਡਨ ਸਾਹਿਬ ਨੇ ਇਹ ਗੱਲ ਕਹੀ ਆ ਕਿਉਂਕਿ ਕਾਬੁਲ ਦੇ ਅਮਰੀਕੀ ਜਿਹੜਾ ਡਰੋਨ ਹਮਲਾ ਹੋਇਆ ਉਹਦੇ ਵਿੱਚ ਜੋ ਅਲ-ਕਾਇਦਾ ਦਾ ਸਰਗਨਾ ਲੀਡਰ ਹੈ ਜੋਹਾਰੀ ਅਲ ਜ਼ਵਾਹਰੀ ਮਾਰਿਆ ਗਿਆ। ਤਾਂ ਜੋ ਬਾਈਡਨ ਸਾਹਿਬ ਨੇ ਕਿਹਾ ਕਿ ਤੁਸੀਂ ਕਿਤੇ ਵੀ ਲੁਕੇ ਹੋਵੋਗੇ ਜੋ ਸਾਡੇ ਖਿਲਾਫ ਨੇ ਉਹਨਾਂ ਨੂੰ ਅਸੀਂ ਲੱਭ ਲਾਂਗੇ ਔਰ ਇਹ ਅੱਜ ਇੱਕ ਇਨਸਾਫ ਹੋਇਆ। ਔਰ ਜੋਹਾਰੀ ਜੋ ਹੈ ਇੱਕ ਮਕਾਨ ਦੇ ਬਾਲਕਨੀ ਵਿੱਚ ਸੀ, ਉੱਥੇ ਜਦੋਂ ਡਰੋਨ ਰਾਹੀਂ 2 ਮਿਜ਼ਾਈਲਾਂ ਦਾਗੀਆਂ ਗਈਆਂ ਔਰ ਉਹ ਮਿਜ਼ਾਈਲਾਂ ਉਹਦੇ 'ਚ ਬਾਰੂਦ ਘੱਟ ਹੁੰਦਾ, ਉਹਦੇ 'ਚ ਲੋਹੇ ਦੀਆਂ ਜ਼ਿਆਦਾ ਜਿੱਦਾਂ ਹੁੰਦੇ ਨਾ ਪਰਤਾਂ ਹੁੰਦੀਆਂ ਜਿਹਦੇ ਨਾਲ ਬਾਡੀ ਉੱਡ ਜਾਂਦੀ, ਡੈਮੇਜ ਹੋ ਜਾਂਦੀ ਹੈ। ਔਰ ਇਹ ਰਿਪੋਰਟ ਹੈ ਕਿ ਹੋਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਿਰਫ ਜੋਹਾਰੀ ਹੀ ਮਾਰਿਆ ਗਿਆ ਹੈ ਇਸ ਹਮਲੇ ਦੇ ਵਿੱਚ। ਸੋ ਕਿਉਂਕਿ ਉਸਾਮਾ ਬਿਨ ਲਾਦਨ ਔਰ ਅਲ ਜੋਹਾਰੀ ਇਹ ਦੋਵੇਂ ਟੌਪ ਮੋਸਟ ਜਿਹੜੇ ਟੈਰਰਿਸਟ ਮੰਨੇ ਸੀ ਅਮਰੀਕਾ ਨੇ ਔਰ ਜਾਰਜ ਬੁਸ਼ ਵੇਲੇ ਇਹ ਰਿਪੋਰਟ ਜਾਰੀ ਕੀਤੀ ਗਈ ਸੀ, ਆਰਮੀ ਨੂੰ ਕਿਹਾ ਗਿਆ ਸੀਗਾ ਕਿ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਫੜੋ। ਤਾਂ ਉਸਾਮਾ ਬਿਨ ਲਾਦਨ ਮਾਰੇ ਜਾਣ ਤੋਂ ਬਾਅਦ ਅਲ-ਕਾਇਦਾ ਦੇ ਉੱਤੇ ਕਬਜ਼ਾ ਕਰ ਲਿਆ ਅਲ ਜੋਹਾਰੀ ਨੇ ਔਰ ਸਾਰੀਆਂ ਮੁਹਿੰਮਾਂ ਉਹੀ ਚਲਾਉਂਦਾ ਸੀ। 9/11 ਦੇ ਵਿੱਚ ਇਹ ਦੋਵਾਂ ਦਾ ਹੱਥ ਰਿਹਾ ਹੈ, ਉਸਾਮਾ ਬਿਨ ਲਾਦਨ ਦਾ ਤੇ ਅਲ ਜਵਾਹਰੀ ਦਾ। ਔਰ ਉਸਾਮਾ ਬਿਨ ਲਾਦਨ ਨਹੀਂ ਰਹੇ, ਉਹ ਬਹੁਤ ਪਹਿਲਾਂ ਮਾਰੇ ਗਏ ਔਰ ਅਲ ਜਵਾਹਰੀ ਹੁਣ ਮਾਰਿਆ ਗਿਆ। ਸੋ ਇਸ ਨੂੰ ਇੱਕ ਕਾਮਯਾਬੀ ਵੱਲੋਂ ਵੇਖਿਆ ਜਾਂਦਾ ਹੈ। ਹਾਲਾਂਕਿ ਅਮਰੀਕੀ ਫੌਜ ਵਾਪਸ ਆ ਚੁੱਕੀ ਹੈ ਉਹਨਾਂ ਸਾਰੀਆਂ ਥਾਵਾਂ ਤੋਂ ਜਿੱਥੇ ਜਿੱਥੇ ਉਹ ਮੁਸਲਿਮ ਦੇਸ਼ਾਂ ਦੇ ਵਿੱਚ ਤਾਇਨਾਤ ਸੀ। ਫਿਰ ਅੱਜ ਇਹ ਜਿਹੜਾ ਰਿਪੋਰਟ ਮਿਲਦੀ ਹੈ ਕਿ ਉਹ ਮਾਰਿਆ ਗਿਆ, ਸੋ ਇਹ ਕਾਮਯਾਬੀ ਔਰ ਵਧਾਈ ਦੀ ਗੱਲ ਕੀਤੀ ਜਾ ਰਹੀ ਹੈ ਆਪਸ ਦੇ ਵਿੱਚ। ਹਾਂ ਖੰਨਾ ਜੀ, ਇਹ ਖਬਰ ਪੂਰੇ ਵਿਸ਼ਵ ਵਿੱਚ ਬੜੀ ਚਰਚਾ ਦਾ ਵਿਸ਼ਾ ਰਹੀ ਹੈ ਕਿਉਂਕਿ ਅਮਰੀਕਾ ਬਹੁਤ ਦੇਰ ਤੋਂ ਪਿੱਛਾ ਕਰ ਰਿਹਾ ਸੀ। ਉਹਦੀ ਇੰਟੈਲੀਜੈਂਸ CIA ਇਹਦੇ ਅੰਦਰ ਲੱਗੀ ਸੀ ਔਰ ਉਹਨਾਂ ਨੇ ਪੂਰੀ ਰਿਪੋਰਟਿੰਗ ਕੀਤੀ ਸੀ ਔਰ ਇਹਦੇ 'ਚ ਅਲ ਜੋਹਰ ਦਾ ਜੋ ਉਹਨਾਂ ਦਾ ਬਾਕਾਇਦਗੀ ਸੀ, ਉਹਨਾਂ ਦੀ ਸਾਰੀ ਲਾਈਫ ਦਾ ਸਟਾਈਲ ਸੀ, ਉਹਦੇ ਮਗਰ ਲੱਗੇ ਵੀ ਦਿਨ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰਦੇ। ਔਰ ਇਹ ਅਚਾਨਕ ਜਦੋਂ ਬਾਹਰ ਬਾਲਕੋਨੀ 'ਚ ਖੜੇ ਸੀਗੇ ਉਦੋਂ 2 ਮਿਜ਼ਾਈਲਾਂ ਦਾਗੀਆਂ ਉਹਨਾਂ ਨੇ ਅਤੇ ਦਾਗਣ ਨਾਲ ਉਹੀ ਸਿਰਫ ਜਿਹੜਾ ਅਲ-ਕਾਇਦਾ ਦਾ ਸਰਗਨਾ ਸੀਗਾ ਉਹੀ ਮਾਰਿਆ ਗਿਆ। ਉਹਨਾਂ ਨਾਲ ਹੀ ਉਹੀ ਬਿਲਕੁਲ ਖਤਮ ਹੈ, ਬਾਕੀ ਪਰਿਵਾਰ ਬਚ ਗਿਆ ਔਰ ਇਸ ਕਰਕੇ ਬਚ ਗਿਆ ਕਿ ਉਹਨਾਂ ਨੇ ਨਿਸ਼ਾਨਾ ਹੀ ਉੱਥੇ ਮਾਰਿਆ। ਔਰ ਇਹਦੇ 'ਤੇ 125 ਕਰੋੜ ਰੁਪਏ ਦਾ ਜਿਹੜਾ ਇਨਾਮ ਵੀ ਰੱਖਿਆ ਸੀ ਉਹਨਾਂ ਨੇ। ਜਦੋਂ ਇਹਨਾਂ ਨੇ ਟਾਵਰ ਸੁੱਟੇ ਆ ਅਮਰੀਕਾ 'ਚ ਉਦੋਂ ਬੜੀ ਉੱਥੇ ਖਤਰਨਾਕ ਅਤੇ ਭਿਆਨਕ ਨੁਕਸਾਨ ਹੋਇਆ ਅਮਰੀਕਾ ਦਾ। ਅਤੇ ਅਮਰੀਕਾ ਇਸ ਕਰਕੇ ਅਲ-ਕਾਇਦਾ ਦੇ ਇਹ ਸਰਗਣਿਆਂ ਦੇ ਇਹਨਾਂ ਦੇ ਆਗੂਆਂ ਦੇ ਪਿੱਛੇ ਲੱਗੇ ਸੀ। ਲਾਦੇਨ ਨੂੰ ਉਹਨਾਂ ਨੇ ਉਦੋਂ ਖਤਮ ਕਰ ਦਿੱਤਾ। ਤਾਂ ਇਹ ਲੁਕੇ ਸੀ ਉਹਦੇ 'ਚ ਔਰ ਇਹ ਖਾਸ ਤੌਰ 'ਤੇ ਸਰਜਨ ਸੀਗੇ ਔਰ ਇਹ ਡਾਕਟਰ ਸੀ ਆਪਣੇ ਤੌਰ 'ਤੇ ਔਰ ਬੜੇ ਅੱਛੇ ਘਰਾਣੇ ਨੂੰ ਬਿਲੋਂਗ ਕਰਦੇ ਸੀਗੇ ਔਰ ਇੱਕ ਕਰਨਲ ਸੀ। ਇਹਨਾਂ ਨੇ ਆਰਮੀ 'ਚ ਆਪਣਾ ਸੈਨਿਕ ਦੇ ਤੌਰ 'ਤੇ ਲੜਾਈ ਵੀ ਲੜੀ ਹੈ ਔਰ ਇਹ ਪੂਰੇ ਹਥਿਆਰਬੰਦ ਰਹਿੰਦੇ ਸੀ, ਆਪਣੇ ਹਥਿਆਰਾਂ ਦੇ ਤੌਰ 'ਤੇ ਰਹਿੰਦੇ ਸੀ ਔਰ ਇਹਨਾਂ ਨੇ ਅਮਰੀਕਾ ਦਾ ਖਾਸ ਤੌਰ 'ਤੇ ਬੜਾ ਨੁਕਸਾਨ ਕੀਤਾ। ਇਹ ਉਦੋਂ ਇੱਕ ਧੜਾ ਬਣਿਆ ਸੀ ਜਦੋਂ ਯੂਰਪੀਅਨ ਕੰਟਰੀ ਨੇ ਜਿਹੜੇ ਮੁਸਲਮਾਂ ਆਬਾਦੀ ਉਹਨਾਂ 'ਚ ਦਖਲਅੰਦਾਜ਼ੀ ਕੀਤੀ ਸੀ। ਯੂਰਪੀਅਨ ਜਿਹੜੇ ਇੱਕ ਲੌਬੀ ਬਣ ਕੇ ਇਹਨਾਂ ਨੂੰ ਨਹੀਂ ਪਚੀ। ਇਹਨਾਂ ਨੇ ਮੁਸਲਮਾਨਾਂ ਨੇ ਉਹ ਲੋਕਾਂ ਨੇ ਅਲ-ਕਾਇਦਾ ਦੀ ਜਿਹੜੀ ਬਣੀ ਜਥੇਬੰਦੀ ਸੀ ਉਹਨਾਂ ਨੇ ਫਿਰ ਤਲਵਾਰ ਚੁੱਕੀ, ਫਿਰ ਇਹਨਾਂ ਦਾ ਨੁਕਸਾਨ ਕੀਤਾ। ਇਹਨਾਂ ਦਾ ਇੱਕ ਇਹ ਜਵਾਬ ਸੀਗਾ ਜਦੋਂ ਇਹਨਾਂ ਨੇ ਅਮਰੀਕਾ 'ਚ ਉਦੋਂ ਟਾਵਰ ਸੁੱਟੇ ਆ ਤਾਂ ਨਵੰਬਰ ਦੇ ਵਿੱਚ ਜੋ ਹੋਇਆ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਮਗਰ ਲੱਗੇ ਸੀ। ਪਰ ਇਹ ਫਿਰ ਵੀ ਜਦੋਂ ਬੁਸ਼ ਤੋਂ ਪਹਿਲਾਂ ਤੋਂ ਇਹਨਾਂ ਨੇ ਐਲਾਨ ਕੀਤਾ ਸੀਗਾ, ਪਰ ਅੱਜ ਇਹਨਾਂ ਨੇ ਡਿਕਲੇਅਰ ਕਰ ਦਿੱਤਾ ਬਾਈਡਨ ਨੇ ਕਿ ਅਸੀਂ ਮਾਰ ਦਿੱਤਾ ਉਹਨੂੰ, ਸਾਡੀ ਜਿੱਤ ਪ੍ਰਾਪਤ ਹੋ ਗਈ ਆ ਕਿਉਂਕਿ ਸਾਡੀ ਇੰਟੈਲੀਜੈਂਸ ਸਾਡੀ ਰਿਪੋਰਟ ਸਾਰੀਆਂ ਇਹਦੇ ਪਿੱਛੇ ਲੱਗੀਆਂ ਸੀਗੀਆਂ ਤਾਂ ਅਸੀਂ ਹੁਣ ਕਾਮਯਾਬ ਹੋ ਗਏ ਹਾਂ। ਪਰ ਇਹਦੇ ਵਿੱਚ ਜਿਹੜੀਆਂ ਉੱਥੇ ਹੋਰ ਵੀ ਖੁਫੀਆ ਏਜੰਸੀਆਂ ਬੈਠੀਆਂ ਨੇ ਅਫਗਾਨਿਸਤਾਨ ਅਤੇ ਕਾਬਲ ਦੇ ਵਿੱਚ, ਉਹਦੇ ਇਰਦ ਗਿਰਦ ਜਿਹੜੇ ਵੀ ਇੱਦਾਂ ਦੀ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੂੰ ਹੁਣ ਖਤਰਾ ਮਹਿਸੂਸ ਹੋਇਆ ਕਿ ਅਮਰੀਕਾ ਫਿਰ ਐਂਟਰੀ ਕਰ ਗਿਆ ਦੁਬਾਰਾ, ਕਿਉਂਕਿ ਅੱਗੇ ਇਹਨਾਂ ਨੇ ਲੜਾਈ ਲੜੀ ਸੀ, ਸਾਰਾ ਕੁਝ ਹੋਇਆ ਔਰ ਉਹ ਜ਼ਮੀਨੀ ਲੜਾਈ ਲੜ ਕੇ ਅਤੇ ਉਹਨਾਂ ਦੇ ਉੱਥੋਂ ਤੱਕ ਉਹਨਾਂ ਨਹੀਂ ਪਹੁੰਚ ਹੋਈ। ਫਿਰ ਅਮਰੀਕਾ ਨੇ ਆਪਣੀਆਂ ਸਾਰੀਆਂ ਫੌਜਾਂ ਕੱਢ ਲਈਆਂ ਕਿਉਂਕਿ ਅਮਰੀਕਾ ਨਹੀਂ ਚਾਹੁੰਦਾ ਕਿ ਮੇਰਾ ਕੋਈ ਸੈਨਿਕ ਮਾਰਿਆ ਜਾਵੇ, ਮੈਂ ਮਰਵਾ ਕੇ ਜਾਵਾਂ।
ਇਹ ਲੜਨਾ ਚਾਹੁੰਦੇ ਆ, ਇਹ ਮਰਨਾ ਚਾਹੁੰਦੇ ਆ, ਇਹਨਾਂ ਕੋਲ ਵੈਪਨ ਵੀ ਇਦਾਂ ਦੇ ਹੈਗੇ ਆ। ਔਰ ਅਲ-ਕਾਇਦਾ ਨੇ ਕਿੰਨਾ ਕੁਝ ਕੀਤਾ ਉੱਥੇ, ਜਦੋਂ ਅਫਗਾਨਿਸਤਾਨ ਦੇ ਵਿੱਚ ਆਜ਼ਾਦੀ ਪ੍ਰਾਪਤ ਕਰ ਲਈ ਵੀ, ਉਦੋਂ ਵੀ ਇਹ ਜਥੇਬੰਦੀਆਂ ਇਸੇ ਹੀ ਲੜਾਈ ਦੇ ਘੋਲ ਵਿੱਚ ਲੱਗੀਆਂ ਰਹੀਆਂ। ਔਰ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੂੰ ਉਦੋਂ ਉੱਥੋਂ ਥਾਂ ਛੱਡ ਕੇ ਦੌੜਨਾ ਪਿਆ। ਬਿਲਕੁਲ ਜੀ, ਉਹ ਐਕਚੁਅਲੀ ਇਸ ਚੀਜ਼ ਨੂੰ ਜਹਾਦ ਦੇ ਨਾਲ ਜੋੜ ਕੇ ਚੱਲਦੇ ਨੇ, ਧਰਮ ਦੀ ਲੜਾਈ, ਧਰਮ ਦੀ ਲੜਾਈ ਲੈ ਕੇ ਚੱਲਦੇ ਨੇ। ਸਹੀ ਗੱਲ। ਇਸ ਕਰਕੇ ਉਹਨਾਂ ਦਾ ਜਿਹੜਾ ਜਜ਼ਬਾ ਹੈ, ਉਹਨਾਂ ਦਾ ਜਿਹੜਾ ਪੁਆਇੰਟ ਆਫ ਵਿਊ ਆ, ਉਹ ਅਲੱਗ ਹੋ ਜਾਂਦਾ। ਅਮਰੀਕਾ ਦਾ ਪੁਆਇੰਟ ਆਫ ਵਿਊ ਇਹ ਰਹਿੰਦਾ ਹੈ ਕਿ ਜੋ ਵੀ ਅੱਤਵਾਦੀ ਸੰਗਠਨ ਨੇ ਵਿਸ਼ਵ ਸ਼ਾਂਤੀ ਦੇ ਖਿਲਾਫ ਕੰਮ ਕਰਦੇ ਨੇ ਜਾਂ ਕਿਸੇ ਮੁਲਕ ਦੇ ਖਿਲਾਫ ਕੰਮ ਕਰਦੇ ਨੇ, ਤਾਂ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਤੁਸੀਂ ਦੇਖੋ ਪਾਕਿਸਤਾਨ ਦੇ ਉੱਤੇ ਵੀ ਪ੍ਰੈਸ਼ਰ ਕੀਤਾ ਗਿਆ ਸੀਗਾ ਕਿ ਤੁਸੀਂ ਆਪਣੀ ਧਰਤੀ ਨੂੰ ਕਿਉਂ ਵਰਤਨ ਦਿੰਦੇ ਹੋ, ਅੱਤਵਾਦੀਆਂ ਲਾਇਓ, ਅੱਤਵਾਦੀਆਂ ਨੂੰ ਕਿਉਂ ਵਰਤਨ ਦਿੰਦੇ ਹੋ ਆਪਣੀ ਧਰਤੀ ਨੂੰ, ਉਸ ਦੇ ਖਿਲਾਫ ਵੀ ਪ੍ਰੈਸ਼ਰ ਕੀਤਾ ਗਿਆ। ਸੋ ਇਹ तमाम ਗੱਲਾਂ ਪੁਆਇੰਟ ਆਫ ਵਿਊ ਡਿਫਰੈਂਟ ਹੋ ਜਾਂਦਾ। ਸੋ ਅਮਰੀਕਾ ਇਸ ਨੂੰ ਇਸ ਤਰ੍ਹਾਂ ਲੈ ਰਿਹਾ ਕਿ ਸਾਡੀ ਇੱਕ ਵੱਡੀ ਕਾਮਯਾਬੀ ਹੈ। ਠੀਕ ਹੈ, ਜੋ ਉਹਨਾਂ ਨੇ ਟੌਪ ਦੇ ਚੁਣੇ ਸੀ ਅੱਤਵਾਦੀ, ਉਹਨਾਂ ਵਿੱਚੋਂ ਇੱਕ ਇਹ ਵੀ ਹੈ। ਇਹਨਾਂ ਨੂੰ ਕਾਮਯਾਬੀ ਦੇ ਤੌਰ ਤੇ ਹੀ ਦੇਖਣਾ ਚਾਹੀਦਾ, ਕਿਉਂਕਿ ਜਿੱਥੇ ਵੀ ਵਿਸ਼ਵ ਸ਼ਾਂਤੀ ਨੂੰ ਖਤਰਾ ਹੈ, ਉੱਥੇ ਇੱਦਾਂ ਦੀ ਕਾਮਯਾਬੀਆਂ ਜਿਹੜੀਆਂ ਨੇ ਉਹ ਵਿਸ਼ਵ ਸ਼ਾਂਤੀ ਨੂੰ ਫਿਰ ਤੋਂ ਕਾਇਮ ਰੱਖਣ ਦੇ ਵਿੱਚ ਸਹਾਇਕ ਸਿੱਧ ਹੋ ਸਕਦੀਆਂ ਨੇ। ਸੋ ਬਾਈਡਨ ਸਾਹਿਬ ਨੇ ਤੇ ਇਸ ਗੱਲ ਦੇ ਉੱਤੇ ਕਾਫੀ ਪੋਜ਼ਿਟਿਵ ਉਹਨਾਂ ਦਾ ਬਿਆਨ ਰਿਹਾ ਹੈ, ਕਿਉਂਕਿ ਬੜੀ ਦੇਰ ਤੋਂ ਮਗਰ ਲੱਗੇ ਸੀ। ਇਹਨਾਂ ਨੇ ਜਵਾਬ ਵੀ ਦਿੱਤਾ, ਜੋ ਇਹਨਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਦਾ ਇਹਨਾਂ ਹਮਲੇ ਦੇ ਰਾਹੀਂ ਦਿੱਤਾ, ਪਰ ਉਹਦੇ ਵਿੱਚ ਇਹਨਾਂ ਨੇ ਬਾਕੀ ਜਾਨੀ ਮਾਲ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਬਿਲਕੁਲ ਸਹੀ। ਜਿਹੜਾ ਇਹਨਾਂ ਦਾ ਟਾਰਗੇਟ ਸੀਗਾ, ਜਿਹਨੂੰ ਮਾਰਨਾ ਸੀਗਾ, ਜਿਹੜਾ ਆਗੂ ਸੀਗਾ ਦਾ ਉਹਨੂੰ ਮਾਰਿਆ, ਉਹਨਾਂ ਦਾ ਫੈਮਿਲੀ ਬਚਾ ਲਈ ਇਹਨਾਂ ਨੇ। ਨਾਲ ਇਹ ਵੀ ਕਿਹਾ ਜਾ ਰਿਹਾ ਕਿ ਇਸ ਦੇ ਇਸ ਤਰ੍ਹਾਂ ਮਾਰੇ ਜਾਣ ਦੇ ਨਾਲ ਅੱਗੇ ਦੇ ਜਿਹੜੇ ਇਹਨਾਂ ਦੇ ਪ੍ਰੋਜੈਕਟਸ ਨੇ ਅਲ-ਕਾਇਦਾ ਦੇ, ਜਿੱਥੋਂ ਖਤਰਾ ਹੋ ਸਕਦਾ ਸੀਗਾ, ਤਾਂ ਉਹ ਕਾਫੀ ਹੱਦ ਤੱਕ ਉਹਨਾਂ ਨੂੰ ਮਤਲਬ ਠੱਲ ਪਈ ਹੈ। ਕਿਉਂਕਿ ਇੱਕ ਬੰਦਾ ਜੋ ਇਹੀ ਸੋਚਦਾ ਰਹਿੰਦਾ ਕਿ ਤਬਾਹੀ ਕਿਵੇਂ ਲਿਆਉਣੀ ਹੈ, ਜੇ ਉਸ ਬੰਦੇ ਨੂੰ ਹੀ ਖਤਮ ਕਰ ਦਿੱਤਾ ਤੇ ਕਾਫੀ ਹੱਦ ਤੱਕ ਇਹ ਪ੍ਰੋਜੈਕਟਸ ਜਿਹੜੇ ਨੇ ਆਹਤ ਹੋਏ ਹੋਣਗੇ, ਰੁਕੇ ਹੋਣਗੇ। ਹੁਣ ਉਨਾ ਇਫੈਕਟਿਵ ਨਹੀਂ ਹੋਏਗਾ ਅੱਗੇ ਚੱਲ ਕੇ। ਅਮਰੀਕਾ ਦੀ ਜੋ ਸਟ੍ਰੈਟਜੀ ਹੈ ਇਹਨਾਂ ਟੈਰਰਿਸਟ ਨੂੰ ਲੈ ਕੇ, ਇਹ ਤੇ ਉਹਨਾਂ ਦੀ ਇੰਟਰਨਲ ਫੋਰਸਿਸ ਨੂੰ ਪਤਾ ਹੋਏਗਾ, ਪਰ ਪੂਰੀ ਦੁਨੀਆ ਦੇ ਵਿੱਚ ਚਰਚਾ ਇਸ ਕਰਕੇ ਬਣੀ ਹੋਈ ਹੈ ਕਿ ਜੋ ਵੀ ਲੋਕ ਦੁਨੀਆ ਵਾਸਤੇ ਖਤਰਾ ਨੇ, ਕਿਤੇ ਵੀ ਕੁਝ ਵੀ ਕਰਵਾ ਦਿੰਦੇ ਨੇ, ਉਹਨਾਂ ਲੋਕਾਂ ਦੇ ਉੱਤੇ ਨਕੇਲ ਪੈਣੀ ਜ਼ਰੂਰੀ ਹੈ, ਉਹਨਾਂ ਦਾ ਖਾਤਮਾ ਜ਼ਰੂਰੀ ਹੈ। ਸੋ ਆਪਾਂ ਅੱਗੇ ਵਧਦੇ ਹਾਂ। ਜ਼ਰੂਰ। ਮਹਿੰਗਾਈ ਦੇ ਮੁੱਦੇ ਤੇ ਵਿਰੋਧੀ ਧਿਰ ਨੇ ਸਰਕਾਰ ਘੇਰੀ। ਹੁਣ ਸਰਕਾਰ ਨੂੰ ਕਿੱਥੇ ਕਿੱਥੇ ਘੇਰੋਗੇ, ਕਿਉਂਕਿ ਮਹਿੰਗਾਈ ਦਾ ਮੁੱਦਾ ਤੇ ਜਦੋਂ ਦੇ ਅਸੀਂ ਜੰਮੇ ਵੀ ਨਹੀਂ, ਉਸ ਤੋਂ ਪਹਿਲਾਂ ਦਾ ਮਹਿੰਗਾਈ ਦਾ ਮੁੱਦਾ ਹੈ, ਔਰ ਇਸ ਦੇ ਉੱਤੇ ਘੇਰਦੇ ਪਏ ਹੋ। ਠੀਕ ਹੈ, ਤਾਂ ਤੁਸੀਂ ਕਿਸੇ ਨੂੰ ਵੀ ਘੇਰ ਸਕਦੇ ਹੋ, ਮੁੱਦਾ ਹੀ ਇੱਦਾਂ ਦਾ ਹੈ। ਇਹ ਮੁੱਦਾ ਇਸ ਤਰ੍ਹਾਂ ਦਾ ਹੈਗਾ ਕਿ ਇੱਕ ਤਾਂ ਆਬਾਦੀ ਹੈ ਹੀ ਆ ਹਿੰਦੁਸਤਾਨ ਦੀ ਜ਼ਿਆਦਾ, ਪਰ ਉਹਦੇ ਵਿੱਚ ਹੈ ਪੈਦਾਵਾਰ ਵੀ ਤੇ ਮਾੜੀ ਨਹੀਂ ਗਿਆ, ਔਰ ਸਾਰਾ ਕੁਝ ਹੁੰਦਾ ਵੀ ਆ, ਪਰ ਇਹਦੇ ਨਾਲ ਨਾਲ ਜੇ ਮਹਿੰਗਾਈ ਹੈ ਤੇ ਇਹਦੇ ਨਾਲ ਟੈਕਸ ਵੀ ਬਹੁਤ ਹੋ ਗਏ। ਟੈਕਸਾਂ ਦੀ ਜਿਹੜੀ ਆ ਜ਼ਿਆਦਾ ਲੱਗਣ ਨਾਲ ਉਹਦੇ 'ਚ ਵੀ ਲੋਕ ਜਿਹੜੇ ਆ ਵਿਚਾਰੇ ਚਿੰਤਾ ਦਾ ਵਿਸ਼ਾ ਬਣ ਜਾਂਦੇ ਆ। ਲੋਕ ਸਮਝਦੇ ਆ ਕਿ ਵੀ ਇਸ ਪੈਸਾ ਜਿਹੜਾ ਹੁਣ ਕਿੱਥੋਂ ਹੀ ਦੇਵਾਂਗੇ। ਇੱਕ ਪਾਸੇ ਤੇ ਮਹਿੰਗਾਈ, ਇੱਕ ਪਾਸੇ ਅਸੀਂ ਬਾਜ਼ਾਰਾਂ 'ਚ ਜਾਂਦੇ ਹਾਂ ਅਤੇ ਸਮਾਨ ਲੈਣਾ ਔਖਾ ਹੋ ਜਾਂਦਾ। ਆਮਦਨ ਦੇ ਲਿਹਾਜ਼ ਨਾਲ ਤਾਂ ਔਖਾ ਹੈ ਹੀ ਆ। ਔਰ ਉਹਦੇ 'ਚ ਹੁਣ ਇਹਦੇ 'ਚ ਰਾਹੁਲ ਗਾਂਧੀ ਨੇ ਵੀ ਕਿਹਾ, ਕਿਉਂਕਿ ਆਪੋਜੀਸ਼ਨ ਦਾ ਲੀਡਰ ਹੈ, ਅਤੇ ਕਾਂਗਰਸ ਨੇ ਕਿਹਾ ਕਿ ਹੁਣ ਇਹਨਾਂ ਨੇ ਅੱਖਾਂ 'ਤੇ ਪੱਟੀ ਬੰਨੀ ਆ ਅਤੇ ਚਾਹੁੰਦੇ ਆ ਵੀ ਵੱਢ ਕੱਟ ਕਰੀ ਜਾਈਏ ਅਤੇ ਜਿੱਥੇ ਜੋ ਮਿਲਦਾ ਉਹ ਸੁੱਟੀ ਜਾਏ ਅੰਦਰ ਨੂੰ। ਜਦੋਂ ਕਾਂਗਰਸ ਸੀਗੀ ਪਾਰਟੀ, ਉਦੋਂ ਵੀ ਸੀਗੀ, ਉਹ ਵਜ਼ਾਰਤ ਵਿੱਚ ਸੀ, ਪਾਵਰ 'ਚ ਸੀ, ਉਦੋਂ ਵੀ ਵਿਰੋਧੀ ਧਿਰਾਂ ਇਹ ਕਹਿੰਦੀਆਂ ਸੀ ਤੁਸੀਂ ਮਹਿੰਗਾਈ ਵਧਾਈ ਜਾਂਦੇ ਹੋ। ਸੋ ਇਹ ਤਾਂ ਪੂਰੀ ਦੁਨੀਆ ਦੇ ਵਿੱਚ ਹੈ, ਕਿਉਂਕਿ ਪੂਰੀ ਦੁਨੀਆ ਦੀ ਇਕੋਨਮੀ ਜਿਹੜੀ ਹੈ ਉਹਦੇ 'ਚ ਖੜੋਤ ਆਉਣ ਦਾ ਖਦਸ਼ਾ ਹੈ। ਉਹਦੇ 'ਚ ਇੱਕ ਮੰਦੀ ਚੱਲ ਰਹੀ ਹੈ, ਖਾਦ ਪਦਾਰਥ ਮਹਿੰਗੇ ਹੋ ਗਏ, ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ ਹੈ, ਠੀਕ ਹੈ, ਲਾਈਫ ਸਟਾਈਲ ਮਹਿੰਗੇ ਹੋ ਗਏ, ਹਰ ਚੀਜ਼ ਮਹਿੰਗੀ, ਬਲਕਿ ਹਰ ਚੀਜ਼ ਮਹਿੰਗੀ ਹੈ ਪੂਰੀ ਦੁਨੀਆ ਦੇ ਵਿੱਚ ਚੱਲਦਾ। ਖਾਣ ਵਾਲੀਆਂ ਵਸਤਾਂ ਤੇ ਲਾਤੀ ਹੈ, ਜਿਹੜੇ ਟੈਕਸ ਲਾਤੇ ਆ ਨਾ ਖਾਣ ਵਾਲੀਆਂ ਵਸਤਾਂ ਦੇ ਵਿੱਚ, ਆਟੇ ਤੇ, ਦਾਣਿਆਂ ਤੇ ਆ, ਉਹਦੇ ਤੇ ਪਨੀਰ ਤੇ ਆ, ਹਨ ਉਹਦੇ ਤੇ ਦੁੱਧ ਤੇ ਆ, ਜਿਹੜੀਆਂ ਚੀਜ਼ਾਂ ਖਾਂਦੇ ਨੇ ਲੋਕ ਰੋਜ਼ਮਰਰਾ ਦੀ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਚੀਜ਼ਾਂ ਸਾਰੀਆਂ ਤੇ ਟੈਕਸ ਲਾਤਾ। ਉਹ ਗਲਤ ਆ। ਉਹਦੇ ਲਈ ਇੱਕਦਮ ਲੋਕਾਂ ਦਾ ਰਿਐਕਸ਼ਨ ਹੋਇਆ, ਉਹਨਾਂ ਲੋਕਾਂ ਨੇ ਰੋਸ ਪ੍ਰਗਟਾਇਆ, ਪ੍ਰਦਰਸ਼ਨੀਆਂ ਕੀਤੀਆਂ। ਇਹ ਉਹਨਾਂ ਨੂੰ ਖਤਰਾ ਹੁੰਦਾ ਜਿਹੜੇ ਵਿਚਾਰੇ ਰੋਜ਼ ਕਮਾਉਂਦੇ ਆ, ਰੋਜ਼ ਖਾਂਦੇ ਆ। ਇਹ ਕਾਰਪੋਰੇਟ ਤੇ ਦੂਜੇ ਘਰਾਣਿਆਂ ਨੂੰ ਕੋਈ ਦਾ ਮਤਲਬ ਨਹੀਂ, ਉਹਨਾਂ ਦੇ ਘਰਾਂ 'ਚ ਆ ਜਾਂਦਾ, ਉਹਨਾਂ ਨੂੰ ਤੇ ਇੱਕ ਫੋਨ ਕਰਨਾ ਤੇ ਸਾਰੇ ਜਮਾਟੋ ਤੇ ਕੀ ਸਾਰੇ ਲੈ ਕੇ ਆਏ ਤੁਰੇ ਫਿਰਦੇ ਉੱਥੇ। ਕਾਰਪੋਰੇਟਸ ਦਾ ਹੀ ਤਾਂ ਕਬਜ਼ਾ ਹੈ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ। ਸਾਰੀਆਂ ਏਜੰਸੀਆਂ, ਸਾਰੀਆਂ ਪਾਲਿਸੀਆਂ ਹੀ ਉਹ ਬਣਦੀਆਂ ਨੇ ਕਿ ਇਹਨਾਂ ਕਾਰਪੋਰੇਟਸ ਘਰਾਣਿਆਂ ਦਾ ਕਬਜ਼ਾ ਹੋ ਜਾਏ ਖਾਣ ਪੀਣ ਦੇ ਉੱਤੇ। ਕਿਉਂਕਿ ਖਾਣ ਪੀਣ ਦੀਆਂ ਚੀਜ਼ਾਂ ਤੇ ਕਬਜ਼ਾ ਹੋ ਗਿਆ ਤੇ ਤੁਸੀਂ ਨਬਜ਼ ਦੇ ਉੱਤੇ ਹੱਥ ਰੱਖ ਲਿਆ, ਉਂਗਲ ਰੱਖ ਲਈ ਪੂਰੇ ਦੇਸ਼ ਦੀ, ਕਿਉਂਕਿ ਰੋਟੀ ਤਾਂ ਲੋਕਾਂ ਨੇ ਖਾਣੀ ਹੋਈ ਹੈ। ਪੈਦਾ ਕਿਸਾਨ ਕਰਦਾ, ਪੈਦਾਵਾਰ ਉਹਦੀ ਆ, ਅਨਾਜ ਉਹ ਪੈਦਾ ਕਰਦਾ, ਹਰ ਚੀਜ਼ ਉਹ ਬਣਾਉਂਦਾ, ਦਾਲਾਂ ਕੀ ਹੈਗਾ, ਅਨਾਜ ਕੀ ਹੈ ਨਾ, ਦੁੱਧ ਕੀ, ਪਨੀਰ ਕੀ, ਸਾਰਾ ਮੁਹੱਈਆ ਉਹ ਕਰਦਾ। ਵੇਚਣ ਵਾਲਾ ਕੌਣ ਹੈਗਾ? ਕਾਰਪੋਰੇਟ ਹੈਗਾ, ਹੈ ਨਾ। ਕੰਪਨੀਆਂ ਕਿਹਦੀਆਂ? ਕਾਰਪੋਰੇਟ ਦੀਆਂ ਹੈਗੀਆਂ। ਕਿਸਾਨ ਵਿਚਾਰਾ ਪੈਦਾਵਾਰ ਕਰਦਾ, ਖੇਤਾਂ ਦਾ ਬਾਦਸ਼ਾਹ ਗਿਣਿਆ ਜਾਂਦਾ, ਸਾਰਾ ਕੁਝ ਕਰਕੇ ਫਿਰ ਭੁੱਖੇ ਦਾ ਭੁੱਖਾ ਰਹਿ ਜਾਂਦਾ। ਇਹ ਗੱਲ ਦੇਖੋ ਐਸਾ ਨੁਕਤਾ ਹੈ। 20 ਰੁਪਏ ਕਿਲੋ ਛੱਲੀਆਂ ਤੇ ਮਾਲ 'ਚ ਜਾਓ ਤੇ 40 ਰੁਪਏ ਦੀਆਂ 2 ਛੱਲੀਆਂ ਉਬਲੀਆਂ ਹੋਈਆਂ ਜੀ, ਰੈਡੀ ਟੂ ਈਟ। ਸਹੀ ਗੱਲ, ਬੜੀ ਸੋਹਣੀ ਪੈਕਿੰਗ ਕੀਤੀ ਹੋਈ ਹੈ। ਇੱਕ ਸਿਆਣੇ ਬੰਦੇ ਨੇ ਗੱਲ ਕਹੀ ਜਾਂਦਾ, ਦੇਖੋ
ਇੱਕ ਖੇਤ ਵਾਹੁਣ ਵਾਲਾ ਬੰਦਾ ਜਿਹਦੇ ਕੋਲ 50 ਕਿੱਲੇ ਜ਼ਮੀਨ ਆ, 2 ਮੁਰੱਬਿਆਂ ਦਾ ਮਾਲਕ ਆ, ਤੇ ਇੱਕ ਨਾਲ ਬੈਠਾ ਜਿਹੜਾ ਦੁਕਾਨਦਾਰ ਆ, ਆਂਦਾ ਉਹਦੇ ਕੋਲ 1.5 ਮਰਲੇ ਜਾਂ 2 ਮਰਲੇ 'ਚ ਦੁਕਾਨ ਆ, ਉਹਨੇ ਹੁਣ ਕਰਜ਼ਾਈ ਸਾਰਾ ਹੀ ਮਹੱਲਾ, ਸਾਰਾ ਏਰੀਆ ਕਰਜ਼ਾਈ ਕੀਤਾ, ਸਾਰੇ ਉਹਦੇ ਦੇਣਦਾਰ ਆ, ਤੇ ਜਿਹੜਾ 2 ਮੁਰੱਬਿਆਂ ਦਾ ਮਾਲਕ ਉਹ ਆਪ ਕਰਜ਼ਾਈ ਆ। ਜ਼ਮੀਨ ਨਾਲ ਨਹੀਂ ਗਿਣਿਆ ਜਾਂਦਾ, ਏਕੜਾਂ ਨਾਲ ਨਹੀਂ ਗਿਣਿਆ ਜਾਂਦਾ, ਦਿਮਾਗ ਨਾਲ ਤੇ ਜਿਹੜਾ ਲੋਕਾਂ ਤੱਕ ਪੈਸਾ ਪਹੁੰਚਾਉਣ ਦੀ ਇੱਕ ਰਵਾਇਤ ਬਣੀ ਉਹਦੇ ਨਾਲ। ਦੇਖੋ ਨਾ, ਜੋ ਪਾਲਿਸੀਆਂ ਬਣਨਗੀਆਂ ਉਹ ਕਾਰਪੋਰੇਟਸ ਦੇ ਹੱਕ 'ਚ ਬਣਨਗੀਆਂ ਜੀ। ਜਿੰਨਾ ਉਹ ਮੁਨਾਫਾ ਕਮਾਏਗਾ ਫਿਰ ਤਾਂ ਹੀ ਉਹਨਾਂ ਦੀਆਂ ਪਾਰਟੀਆਂ ਨੂੰ ਫੰਡ ਦੇਗਾ ਨਾ, ਉਹਨਾਂ ਦੀਆਂ ਇਲੈਕਸ਼ਨਸ ਨੂੰ ਸਪਾਂਸਰ ਕਰੇਗਾ। ਉਹ ਕਿੱਥੋਂ ਆਏਗਾ ਪੈਸਾ? ਕਾਰਪੋਰੇਟਸ ਕਿੱਥੋਂ ਲਿਆਵੇ? ਕਾਰਪੋਰੇਟਸ ਨੇ ਲੋਕਾਂ ਦੀਆਂ ਜੇਬਾਂ 'ਚੋਂ ਖਿੱਚਣਾ। ਇਸ ਕਰਕੇ ਪਾਲਿਸੀਆਂ ਉਹ ਬਣਾਓ ਜਿਹੜੀਆਂ ਕਾਰਪੋਰੇਟਸ ਨੂੰ ਫਾਇਦਾ ਦੇਣ, ਕਾਰਪੋਰੇਟਸ ਫਿਰ ਇਹਨਾਂ ਨੂੰ ਫਾਇਦਾ ਦੇਵੇ। ਲੋਕਾਂ ਦਾ ਜੋ ਬਣਨਾ ਉਹ ਤਾਂ ਬਣਨਾ ਹੀ ਹੈ, ਰੱਬ ਮਾਲਕ ਹੈ, ਅੱਲਾ ਬੈਠਾ ਸਿਰ ਤੇ ਸਭ। ਉਹ ਤਾਂ ਫਿਰ ਰੱਬ ਤੇ ਡੋਰੀ ਹੈ ਨਾ, ਫਿਰ ਰੋਟੀ ਉਹ ਦੇਊਗਾ ਤਾਂ ਖਾਵਾਂਗੇ, ਹੈ ਨਾ, ਉਹੀ ਸਾਰਾ ਕੁਝ ਕਰੂਗਾ ਤਾਂ ਅਸੀਂ ਕੱਪੜੇ ਪਾਵਾਂਗੇ। ਉਹੀ ਮਹਿੰਗਾਈ ਦਾ ਕੀ ਕਰੀਏ? ਕਹਿੰਦੇ ਨੇ ਜੇ ਕਿਸੇ ਦੀ ਹਾਈਟ ਵਧਾਉਣੀ ਹੋਵੇ ਨਾ, ਉਹਦੀ ਹਾਈਟ ਨਹੀਂ ਵੱਧਦੀ ਪਈ, ਉਹਦਾ ਨਾਮ ਮਹਿੰਗਾਈ ਰੱਖ ਦਿਓ, ਉਹਦੀ ਹਾਈਟ ਦੇਖੋ ਕਿੰਨਾ ਵੱਧਦਾ, ਦਿਨ ਰਾਤ ਵਧੂਗਾ, ਵਧੀ ਜਾਊਗਾ, ਕੋਠੇ ਜਿੱਡਾ ਹੋ ਜਾਊਗਾ ਮੁੜ ਕੇ ਲੰਬਾ, ਫਿਰ ਉਹ ਰੋਕਣਾ ਪਊਗਾ। ਕਿੱਦਾਂ ਰੋਕੀ? ਵੀ ਤੂੰ ਰੁਕ ਜਾ, ਹੁਣ ਸ਼ਰਮ ਕਰ ਵਧਣ ਦੀ। ਚਲੋ ਜੀ, ਈਡੀ ਵੱਲੋਂ ਨੈਸ਼ਨਲ ਹੈਰਾਲਡ ਅਖਬਾਰ ਦੇ ਮੁੱਖ ਦਫ਼ਤਰ ਤੇ ਛਾਪੇ। ਹੁਣ ਈਡੀ ਦਾ ਤੇ ਕੰਮ ਹੀ ਛਾਪਾ ਮਾਰਨਾ। ਬਿਲਕੁਲ, ਇਹ ਅੱਜ ਦੀ ਗੱਲ ਨਹੀਂ, ਪਹਿਲਾਂ ਤਾਂ ਇਹਨਾਂ ਨੇ ਜਿੰਨੇ ਵੀ ਆਗੂ ਸੀ ਕਾਂਗਰਸ ਦੇ, ਉਹਨਾਂ ਤੇ ਦੇਖੋ ਉਹਨਾਂ ਦੀ ਪੁੱਛਤਾਛ ਕੀਤੀ, ਪੜਤਾਲ ਕੀਤੀ, ਉਹਨਾਂ ਕੋਲ ਸਵਾਲਾਂ ਦੀਆਂ ਜਿਹੜੀਆਂ ਝੜੀਆਂ ਲਾਤੀਆਂ, ਸਵਾਲਾਂ ਦੇ ਜਵਾਬ ਦਿੰਦੇ ਰਹੇ, ਲੰਚ ਪੁੱਛ ਕੇ ਕਰਨ ਜਾਂਦੇ ਰਹੇ, ਫਿਰ ਉੱਥੇ ਤੋੜ ਭੰਨ ਹੋਈ, ਰੌਲਾ ਪਿਆ ਦਿੱਲੀ 'ਚ, ਹੈ ਨਾ, ਸਾਰਾ ਕੁਝ ਹੋਇਆ। ਹੁਣ ਇਹਨਾਂ ਨੇ ਇਹ ਕਰ ਦਿੱਤਾ ਕਿ ਨੈਸ਼ਨਲ ਹੈਰਾਲਡ ਜਿਹੜੇ ਉਹਦਾ ਅਖਬਾਰ ਆ, ਉਹਦੇ ਜਿਹੜਾ ਏਰੀਆ ਦਿੱਲੀ ਬੰਬੇ ਜਿੱਥੇ ਜਿੱਥੇ ਹੈਗਾ, ਉੱਥੇ ਇਹਨਾਂ ਨੇ ਉਹ ਛਾਪੇ ਮਾਰੇ ਆ ਔਰ ਉਹਨਾਂ 'ਚੋਂ ਪੁੱਛ ਪੜਤਾਲ ਕੀਤੀ ਆ। ਉਹਦੇ 'ਚ ਮਨੀ ਲੈਂਡਰਿੰਗ ਦੇ ਕੇਸ ਲੱਭੇ ਆ, ਉਹ 'ਚ ਗਿਵ ਐਂਡ ਟੇਕ ਜਿੱਥੇ ਆਂਦੇ ਹੋਈ ਉਹ ਆ। ਹੁਣ ਉਹਦੇ 'ਚ ਵੇਖੋ ਛਾਪੇ ਮਾਰਨ ਤੋਂ ਬਾਅਦ ਕੀ ਬਰਾਮਦ ਕਰਦੇ, ਕਿਉਂਕਿ 50 ਸਾਲ ਤਾਂ ਪਹਿਲਾਂ ਹੋ ਚੁੱਕੇ ਆ, ਪੰਡਿਤ ਜਵਾਹਰ ਲਾਲ ਨਹਿਰੂ ਦੇ ਟਾਈਮ ਦੀ ਗੱਲ ਹੈਗੀ ਆ। ਹੁਣ ਇਹ ਸੋਨੀਆ ਗਾਂਧੀ ਦੇ ਤਾਂ ਬਸ ਤੋਂ ਬਾਹਰ ਦੀ ਗੱਲ ਆ, ਤੇ ਜਿਹੜਾ ਰਾਹੁਲ ਗਾਂਧੀ ਜੀ ਆ, ਜਿਨ੍ਹਾਂ ਨੂੰ ਪਿਆਰ ਨਾਲ ਪੱਪੂ ਵੀ ਕਹਿੰਦੇ ਆ, ਉਹ ਹੁਣ ਦੇਖੋ ਉਹਨਾਂ ਨੂੰ ਤਾਂ ਬਹੁਤ ਛੋਟੇ ਹੋਣਗੇ, ਜਦੋਂ ਕਿ ਜੰਮੇ ਵੀ ਹੋਣਗੇ ਉਦੋਂ, ਕਿਤੇ ਹੁਣ ਅਬਾਊਟ ਟਾਈਮ ਲੱਗਦਾ 50 ਦੇ ਕਰੀਬ ਹੀ ਹੋਣਗੇ, ਉਦੋਂ ਤੇ ਵਿਚਾਰੇ ਬਹੁਤ ਛੋਟੇ ਹੋਣੇ ਆ, ਤੇ ਉਹਨਾਂ ਨੂੰ ਉਹਦਾ ਪੜ੍ਹਿਆ ਤਾਂ ਜ਼ਰੂਰ ਹੋਊਗਾ, ਪਰ ਇਹਨਾਂ ਗੱਲਾਂ ਦੇ ਵਿੱਚੋਂ ਉਹਨੂੰ ਇੰਨਾ ਨਹੀਂ ਸੱਚ ਲੱਭਿਆ ਜਾ ਸਕਦਾ, ਕਿਉਂਕਿ ਇੱਕ ਇਹ ਹੈਗਾ ਕਿ ਉਹ ਜਾਇਦਾਦ ਦੇ ਮਾਲਕ ਜ਼ਰੂਰ ਹੈਗੇ ਆ, ਕਿਉਂਕਿ ਆਉਣ ਵਾਲੇ ਇਹ ਬੁਨਿਆਦੀ ਤੌਰ 'ਤੇ ਉਹਨਾਂ ਦੇ ਘਰ ਦੇ ਤੇ ਸਾਰੇ ਮਾਲਕ ਇਹੋ ਹੀ ਆ। ਇਹਨਾਂ ਕੋਲ ਮੂਵੇਬਲ ਤੇ ਮੂਵੇਬਲ ਦੋਵੇਂ ਜਿਹੜੀ ਪ੍ਰਾਪਰਟੀ ਇਹਦੇ ਹੱਕਦਾਰ ਆ, ਪਰ ਇਸੇ ਕਰਕੇ ਈਡੀ ਨੇ ਇਹਨਾਂ 'ਤੇ ਛਾਪਾ ਮਾਰਿਆ, ਇਹਨਾਂ 'ਤੇ ਸਕੰਜਾ ਕੱਸਿਆ, ਇਹਨਾਂ 'ਤੇ ਨਕੇਲ ਪਾਈ, ਔਰ ਇਹਨਾਂ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਹੱਲਾ ਬੋਲ ਜਵਾਬੀ। ਗੱਲ ਇਹ ਹੈ ਕਿ ਤੁਸੀਂ ਆਪਣੇ ਪੁਰਖਿਆਂ ਤੋਂ ਜਿਹੜੀਆਂ ਜਾਇਦਾਦਾਂ ਲੈਂਦੇ ਹੋ, ਜਿਹੜੀਆਂ ਸਹੂਲਤਾਂ ਲੈਂਦੇ ਹੋ, ਉਹ ਤੁਹਾਡੇ ਹਿੱਸੇ 'ਚ ਆਉਂਦੀਆਂ ਨੇ ਜ਼ਰੂਰ, ਤੇ ਫਿਰ ਜਿਹੜੀਆਂ ਉਸ ਵੇਲੇ ਗਲਤੀਆਂ ਹੋਈਆਂ ਨੇ ਉਹ ਵੀ ਤਾਂ ਤੁਹਾਡੇ ਹਿੱਸੇ 'ਚ ਹੋਣੀਆਂ ਨੇ, ਉਹ ਕਿੱਥੇ ਜਾਣੀਆਂ ਨੇ? ਭਾਵੇਂ ਤੁਸੀਂ ਉਹਨਾਂ ਗਲਤੀਆਂ ਬਾਰੇ ਜਿੰਨਾ ਮਰਜ਼ੀ ਜਾਣਦੇ ਹੋ, ਘੱਟ ਜਾਣਦੇ ਹੋ, ਵੱਧ ਜਾਣਦੇ ਹੋ, ਦੈਟ ਡਜ਼ ਨਾਟ ਮੈਟਰ, ਕਿਉਂਕਿ ਜੋ ਕਾਨੂੰਨੀ ਕਾਰਵਾਈ ਆ ਉਹ ਤਾਂ ਚੱਲਣੀ ਹੋਈ ਹੈ। ਹੁਣ ਮੈਟਰ ਇਸ ਕਰਕੇ ਤੁਹਾਨੂੰ ਕਰਨਾ ਪਏਗਾ ਇਹ, ਕਿਉਂਕਿ ਤੁਹਾਨੂੰ ਉਹ ਸਾਰੀ ਨੌਲੇਜ, ਜਾਣਕਾਰੀ ਹਾਸਿਲ ਕਰਨੀ ਪਏਗੀ ਤਾਂ ਕਿ ਨਜਿੱਠ ਸਕੋ ਇਸ ਚੀਜ਼ ਦੇ ਨਾਲ। ਕਿਉਂਕਿ ਜਦੋਂ ਤੁਸੀਂ ਉਹ ਚੀਜ਼ਾਂ ਇੰਜੋਏ ਕਰਦੇ ਹੋ, ਸਹੂਲੀਅਤ ਇੰਜੋਏ ਕਰਦੇ ਹੋ, ਸਟੇਟਸ ਇੰਜੋਏ ਕਰਦੇ ਹੋ, ਤਾਂ ਉਹਨਾਂ ਕੋਲੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਵੀ ਤਾਂ ਫਿਰ ਤੁਹਾਡੇ ਹਿੱਸੇ ਹੀ ਆਉਣੀਆਂ ਨੇ। ਪ੍ਰੋਬਲਮ ਇਹ ਹੈ ਕਿ ਜਿਹੜੀ ਈਡੀ ਹੈ ਨਾ, ਇਹ ਜਿਹੜੇ ਹੁਣ ਛਾਪੇ ਵੱਜ ਰਹੇ, ਇਹ ਉਸ ਜ਼ਮਾਨੇ 'ਚ ਇੱਦਾਂ ਦਾ ਕੋਈ ਮਹਿਕਮਾ ਨਹੀਂ ਸੀਗਾ, ਜਦੋਂ ਇਹ ਕਾਂਗਰਸ ਦਾ ਰਾਜ ਸੀਗਾ, ਉਦੋਂ ਇਹ ਮਹਿਕਮਾ ਨਹੀਂ ਸੀ। ਜਦੋਂ ਮਹਿਕਮੇ ਬਣ ਗਏ, ਜਦੋਂ ਭਾਜਪਾ ਆ ਗਈ, ਉਦੋਂ ਆਪਣੀਆਂ ਜਥੇਬੰਦੀਆਂ ਨਵੀਆਂ ਬਣ ਗਈਆਂ, ਔਰ ਉਦੋਂ ਬਾਅਦ ਇਹਨਾਂ ਨੂੰ ਵੀ ਪਤਾ ਲੱਗਾ ਕਿ ਮੰਨ ਲਓ ਹੋਇਆ ਵੀ ਹੋਏਗਾ ਜਾਂ ਨਹੀਂ ਵੀ ਹੋਇਆਗਾ, ਹੁਣ ਇਹ ਉਹਦਾ ਪ੍ਰਤੱਖ ਪ੍ਰਣਾਮ ਕੱਢੂਗੀ ਕਿ ਉਹਦੇ ਵਿੱਚੋਂ ਕੀ ਸਿੱਟਾ ਨਿਕਲਦਾ, ਕਿਉਂਕਿ ਮਗਰ ਤਾਂ ਪੈ ਗਏ, ਏਜੰਸੀਆਂ ਵੀ ਕੰਮ ਕਰ ਰਹੀਆਂ, ਕੋਕ ਪੜਤਾਲ ਹੋ ਰਹੀ ਹੈ, ਜੋ ਕੁਛ ਉਹਦੇ 'ਚੋਂ ਨਿਕਲਿਆ ਉਹ ਹੁਣ ਜੁਡੀਸ਼ਰੀ ਵੇਖੂਗੀ, ਜੁਡੀਸ਼ਰੀ ਅੱਗੇ ਕਰੂਗੀ ਕਿ ਇਹਦਾ ਕੀ ਕੁਛ ਕਰ। ਬਿਲਕੁਲ ਜੁਡੀਸ਼ਰੀ ਦੇਖੂਗੀ, ਇਹ ਤਾਂ ਹੁਣ ਜੁਡੀਸ਼ਰੀ ਨੇ ਦੇਖਣਾ, ਕਿਉਂਕਿ ਕੰਮ ਹੀ ਉੱਥੇ ਸੁਬਰਾਮਨਿयम स्वामी साहब ने पहुँचा देता है हाई कोर्ट। बिल्कुल हाई कोर्ट तक। तो फिर हाई कोर्ट का मामला हुण कोर्ट के मामले ने, तो कोर्ट के मामले तो कोर्ट ने ही देखने ने। ईडी भी किसी ऑर्डर्स के तहत ही आके छापा मारदा है, जो उन्होंने कार्रवाई उन्होंने पूरी करके रिपोर्ट देनी है। बिल्कुल हुण देखो अगे की बनदा है, तो डेवलपमेंट्स के उत्ते उन्हां दी ड्यूटी है, उन्हां दी भी जॉब है ना, जॉब है, ड्यूटी है जो है वो तो चल ही रहा। ये भी लीगल जो स्टैप्स लैने ने वो भी लै रहे हैं, उस तो बाद जो एडमिनिस्ट्रेटिव स्टैप्स ने वो भी लै रहे हैं, पर मिसिस सोनिया गांधी और राहुल गांधी दोवां नूं मिल के जो फेस करना पएगा वो तो फेस करना ही पैਣਾ। पर एक गल हैगी ਇੱਥੇ ਐਡੀਸ਼ਨਲ ਤੌਰ ਤੇ, ਜਿੱਥੋਂ ਹੁਣ ਸ਼ਿਵ ਸੈਨਾ ਦੇ ਆਗੂ ਨੇ ਜਿਹੜਾ ਸੰਜੇ ਰਾਉਤ ਨੂੰ ਇਹਨਾਂ ਨੇ ਅੰਦਰ ਕਰ ਲਿਆ, ਗ੍ਰਿਫਤਾਰ ਕਰ ਲਿਆ, ਦੂਜੇ ਪਾਸੇ ਕਾਂਗਰਸ ਦੇ ਕਾਰਕੁਨ ਜਾਂ ਜਿਹੜੇ ਦੇ ਪੈਰੋਕਾਰ ਆ ਜਾਂ ਜਿਹੜੇ ਦੇ ਲੀਡਰ ਆ, ਉਹਨਾਂ ਦੇ ਪਿੱਛੇ ਪੈ ਗਿਆ ਹੱਥ ਧੋ ਕੇ। ਹੁਣ ਇਹ ਪਤਾ ਇਹ ਲੱਗਦਾ ਹੁਣ ਸ਼ਰੇਆਮ ਜਿਹੜੀ ਜਨਤਾ ਉਹ ਐਨਾਲਿਸਿਸ ਇਹੀ ਕਰ ਗਈ ਹੈ, ਉਹਨਾਂ ਦਾ ਸਰਵੇਖਣ ਹੈ ਕਿ ਇਸ ਵੇਲੇ ਰੂਲਿੰਗ ਪਾਰਟੀ ਦਾ ਹੱਥ ਲੰਬਾ ਵਾ, ਕਾਨੂੰਨ ਵਾਲਾ ਹੱਥ ਉਹਨਾਂ ਦਾ ਲੰਬਾ, ਉਹ ਉੱਥੋਂ ਪੜ੍ਹ ਕੇ ਗਲਮੇ ਤੋਂ ਅੰਦਰ ਸੁੱਟੀ ਜਾਂਦੇ ਸਾਰਿਆਂ ਨੂੰ।
ਇਸ ਕਰਕੇ ਸੁੱਟੀ ਜਾ ਰਿਹਾ ਕਿ ਕੱਲ੍ਹ ਨੂੰ ਇਲੈਕਸ਼ਨ ਆਉਣ ਵਾਲੀ ਹੈ, ਸਿਰ 'ਤੇ ਹੈ ਇਲੈਕਸ਼ਨ। ਹੁਣ ਇਲੈਕਸ਼ਨ ਆਉਣ ਦਾ ਜਿਹੜਾ ਮਨਸੂਬਾ ਜਾਂ ਲੋਕਾਂ ਤੱਕ ਰਾਏ ਬਣਾਉਣੀ, ਲੋਕਾਂ ਦਾ ਜਿਹੜਾ ਦਿਮਾਗ ਉਸ ਪਾਸੇ ਲਾਉਣਾ, ਜਿਹੜੇ ਲੋਕਤੰਤਰ ਦੇ ਲੋਕ ਬੈਠੇ ਨੇ ਉਹਨਾਂ ਨੇ ਟਿਕਟ ਤੋਂ ਉੱਧਰ ਪਾਉਣੀ, ਜਿਹੜੇ ਇਮਾਨਦਾਰ ਆ ਜਿਨ੍ਹਾਂ ਦਾ ਪਤਾ ਹੈਗਾ। ਕੁਝ ਲੌਬੀ ਹੈਗੀਆਂ ਜਿਹੜੀਆਂ ਦੂਜਿਆਂ ਨੂੰ ਵੀ ਵੋਟਾਂ ਪਾ ਜਾਂਦੀਆਂ, ਕਈ ਤਰ੍ਹਾਂ ਦੇ ਲੋਕ ਹੈਗੇ ਆ ਇਸ ਵੋਟਰਾਂ 'ਚ। ਪਰ ਹੁਣ ਇਸ ਵੇਲੇ ਜਿਹੜਾ ਇੱਕ ਵਧੀਆ ਇਹ ਬਣਾ ਰਿਹਾ ਆਪਣਾ ਤਸਵੀਰ ਬੀਜੇਪੀ, ਔਰ ਦੂਜੇ ਪਾਸੇ ਜਿਹੜਾ ਧੁੰਦਲਾ ਏਰੀਆ ਬਣਾ ਰਹੇ ਉਹਨਾਂ ਦਾ, ਇੱਕ ਫੋਟੋ 2 ਫੋਟੋ ਰੱਖ ਦੇਣ, ਇੱਕ ਫੋਟੋ ਤਾਂ ਨਜ਼ਰ ਆ ਰਹੀ ਹੈ ਕਲੀਅਰ ਹੈਗੀ ਹੈ ਨਾ, ਤੇ ਦੂਜੇ ਪਾਸੇ ਤੁਹਾਨੂੰ ਧੁੰਦਲਾਪਨ ਲੱਗੂਗਾ। ਇਸੇ ਕਰਕੇ ਆਂਦੇ ਨੇ ਵੀ ਉਹ ਆਂਦੇ ਵੀ ਉਹਨਾਂ ਨੇ ਆਪਣਾ ਹੱਥ ਛੱਡ ਕੇ ਤੇ ਕਮਲ ਨੂੰ ਹੱਥ ਪਾ ਲਿਆ। ਇਹ ਵੀ ਹੈਗਾ, ਹੱਥ ਛੱਡ ਕੇ ਮਤਲਬ ਕਾਂਗਰਸ ਵਾਲਾ ਹੱਥ ਛੱਡ ਕੇ ਕਮਲ ਨੂੰ ਹੱਥ ਪਾ ਲਿਆ। ਇਹ ਵੀ ਲੋਕਾਂ ਦੀ ਲੋਕ ਰਾਏ। ਚਲੋ ਜੋ ਵੀ ਲੋਕ ਰਾਏ ਆ, ਮੈਂ ਦੇਖੋ ਕੀ ਮਾਮਲੇ ਸਾਹਮਣੇ ਆਉਂਦੇ ਨੇ। ਈਡੀ ਦੇ ਨਾਲ ਇੱਕ ਜੁੜੀ ਹੋਈ ਹੋਰ ਵੀ ਖਬਰ ਹੈ ਕਿ ਈਡੀ ਦੇ ਕਾਰਜਕਾਲ ਵਿੱਚ ਵਾਧਾ। ਈਡੀ ਸਾਹਿਬ ਨਾਲ ਤਾਂ ਖਬਰਾਂ ਬਹੁਤ ਆ। ਹਾਂ, ਈਡੀ ਨੂੰ ਤਾਂ ਦੂਰੋਂ ਹੀ ਨਮਸਕਾਰ ਕਰ ਦੇਣਾ ਚਾਹੀਦਾ ਵੀ ਨੇੜੇ ਨਾ ਆਓ, ਕਿਉਂਕਿ ਇਸ ਵੇਲੇ ਇਹਨਾਂ ਦਾ ਸਭ ਨੂੰ ਡਰ ਲੱਗਦਾ, ਕਾਨੂੰਨੀ ਹੱਥ ਲੰਬਾ ਵਾ, ਔਰ ਉਸੇ ਤਰ੍ਹਾਂ ਉਹ ਅੰਦਰ ਕਰੀ ਜਾ ਰਹੇ ਆ ਪੁੱਛ ਪੜਤਾਲ ਨਾਲ। ਬਿਲਕੁਲ ਸਹੀ। 2-2 3-3 ਘੰਟੇ 9-9 ਘੰਟੇ ਜਿਹੜੀ ਆ ਪੁੱਛ ਪੜਤਾਲ ਹੁੰਦੀ ਆ, ਔਰ ਕਈ ਵਾਰੀ ਬੰਦਾ ਜਵਾਬ ਦੇ ਕੇ ਦਿੰਦਾ ਵੀ ਵਿਚਾਰਾ ਭੁੱਲ ਜਾਂਦਾ। ਮੇਰੇ ਖਿਆਲ ਤੇ ਈਡੀ ਅੱਜ ਇੰਨੀ ਪਾਵਰਫੁਲ ਹੈ, ਜੇ ਕੋਈ ਆਫੀਸਰ ਕਿਸੇ ਦੀ ਰਿਸ਼ਤੇਦਾਰੀ ਵਿੱਚ ਵੀ ਹੋਊਗਾ ਨਾ ਈਡੀ ਦਾ, ਕਿਤੇ ਵਿਆਹ ਹੋਏਗਾ, ਕਿਤੇ ਵੈਸੇ ਰਿਸ਼ਤੇਦਾਰੀ, ਉਹ ਰਿਸ਼ਤੇਦਾਰੀ ਵੇਲੇ ਵੀ ਡਰਦੇ ਹੋਣਗੇ, ਭਾਈ ਜਾਈ ਆਇਓ ਤੇ ਇਹਨੂੰ ਕੁਰਸੀ ਦਿਓ, ਟੇਬਲ ਲਾਓ, ਤਾਂ ਨਹੀਂ ਆ ਗਏ ਕਿਤੇ, ਕਹਿਣਗੇ ਇਹਨੂੰ ਕੁਰਸੀ ਦਿਓ, ਇਹਨੂੰ ਟੇਬਲ ਦਿਓ, ਔਰ ਠੰਡਾ ਪਾਣੀ ਦਿਓ, ਮੁੜ ਕੇ ਇਹਨੂੰ ਕੋਲਡ ਡਰਿੰਕਸ ਦਿਓ, ਔਰ ਇਹਨੂੰ ਮੰਜਾ ਵਿਛਾ ਕੇ ਦਿਓ। ਕਿਤੇ ਵਿਆਹ 'ਚ ਵੀ ਜਾਊਗਾ ਤੇ ਅਗਲੇ ਕਹਿਣਗੇ ਕਿਤੇ ਛਾਪਾ ਮਾਰਨ ਤਾਂ ਨਹੀਂ ਆ ਗਏ, ਛਾਪਾ ਮਾਰਨ ਤੇ ਆ ਗਏ। ਆਰਾਮ ਨਾਲ ਬਹਿ ਕੇ ਪਾਰਟੀ। ਜਦੋਂ ਕੋਈ ਮੁੱਖ ਮੰਤਰੀ ਬਣਦਾ ਨਾ, ਜਿੱਦਾਂ ਬਾਦਲ ਸਾਹਿਬ ਵੀ ਹੈ ਨਾ ਬਣੇ ਆ ਜਦੋਂ, ਤਾਂ ਉਹਨੂੰ ਬਾਅਦ ਪਹਿਲਾਂ ਤਾਂ ਬਾਦਲ ਸਾਹਿਬ ਰਹੇ ਆ, ਉਸ ਤਰ੍ਹਾਂ ਸਰਪੰਚ ਰਹੇ ਜਾਂ ਪਿੰਡ 'ਚ ਰਹੇ। ਜਦੋਂ ਇਹ ਮੁੱਖ ਮੰਤਰੀ ਬਣੇ ਉਦੋਂ ਬਹੁਤ ਰਿਸ਼ਤੇਦਾਰੀਆਂ ਲੋਕ ਗੰਢ ਲਈਆਂ। ਬਾਦਲ ਸਾਹਿਬ ਸਾਨੂੰ ਜਾਣਦੇ ਆ, ਅਸੀਂ ਦੂਰੋਂ ਨੇੜੇ ਇਹਨਾਂ ਨੂੰ ਜਾਣਦੇ ਆ, ਔਰ ਲੋਕ ਇੱਦਾਂ ਦੀਆਂ ਜਿਹੜੀਆਂ ਨਾ ਰਿਸ਼ਤੇਦਾਰੀਆਂ ਜਾਂ ਲੋਕਾਂ ਦਾ ਜਿਹੜੇ ਆ ਨਾ ਅੰਗ ਸਾਕ ਉਹ ਕੱਢ ਲੈਂਦੇ ਆਪਣੇ। ਉਹ ਆਂਦੇ ਵੀ ਉਹ ਦੂਰ ਇਹਨੇ ਕੋਹਾਂ ਤੱਕ ਮਾਸੀ ਇੱਕ ਹੀ ਬਣਾ ਲੈਂਦੇ ਆਪਣੀ। ਬਿਲਕੁਲ ਜੀ, ਬਿਲਕੁਲ। ਉਹ ਨਿਊਜ਼ ਵਿੱਚ ਹੀ ਰਹਿ ਗਈ, ਆਪਾਂ ਤਾਂ ਈਡੀ ਨੂੰ ਨਮਸਕਾਰ ਕਰਨ ਲੱਗ ਪਏ। ਉਸ ਤੋਂ ਅੱਗੇ ਵਧਦੇ ਹਾਂ ਕਿ ਈਡੀ ਦੇ ਕਾਰਜਕਾਲ ਵਿੱਚ ਵਾਧਾ ਹੋ ਗਿਆ ਤੇ ਸੁਪਰੀਮ ਕੋਰਟ ਨੇ ਸਰਕਾਰ ਕੋਲੋਂ ਤੇ ਕੇਂਦਰੀ ਵਿਜੀਲੈਂਸ ਕਮਿਸ਼ਨ ਤੋਂ ਮੰਗਿਆ ਜਵਾਬ ਕਿ ਤੁਸੀਂ ਇਹ ਵਾਧਾ ਕੀਤਾ ਤੇ ਕੀਤਾ ਕਿਵੇਂ, ਇਹ ਦੱਸੋ ਤੁਸੀਂ। ਹੁਣ ਤੁਸੀਂ ਦੱਸੋ ਕਿੱਦਾਂ ਕੀਤਾ ਵਾਧਾ, ਕਿਉਂਕਿ ਤੁਸੀਂ ਤਾਂ ਕਾਫੀ ਨੇੜਤਾ ਤੋਂ ਈਡੀ ਨਾਲ ਜਾਣਕਾਰੀ ਰੱਖਦੇ ਹੋ। ਔਰ ਚਲੋ ਆਪਾਂ ਖਬਰਾਂ ਤਾਂ ਪੜ੍ਹਦੇ ਹਾਂ, ਉਹਨਾਂ ਨਾਲ ਜੋ ਕੁਛ ਇਸ ਵੇਲੇ ਵਾਕਿਆਤ ਹੋ ਰਿਹਾ, ਜਿੱਥੇ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ, ਆਪਾਂ ਧਿਆਨ ਤਾਂ ਰੱਖਦੇ ਹਾਂ ਵੀ ਖਾਸ ਤੌਰ 'ਤੇ ਦਿੱਲੀ ਦੇ ਹਜ਼ੂਮ ਜਿਹੜੇ ਹੈਗੇ ਆ, ਦਿੱਲੀ ਦੇ ਵਿੱਚ ਇਹ ਈਡੀ ਸਾਹਿਬ ਦੀ ਇਨਕੁਆਇਰੀ ਚੱਲਦੀ ਰਹਿੰਦੀ ਹੈ, ਔਰ ਉੱਥੇ ਪੁੱਛ ਪੜਤਾਲ ਚੱਲਦੀ ਹੈ, ਉੱਥੇ ਪ੍ਰਦਰਸ਼ਨੀ ਹੁੰਦੀਆਂ, ਤੋੜ ਭੰਨ ਹੁੰਦੀ ਆ, ਜੋ ਵੀ ਉੱਥੇ ਸਰਕਾਰੀ ਪ੍ਰਾਪਰਟੀ ਦਾ ਉਹਨੂੰ ਹੀ ਨੁਕਸਾਨ ਪਹੁੰਚਾਇਆ ਜਾਂਦਾ। ਔਰ ਇਹਦੇ 'ਚ ਇਹਨਾਂ ਨੇ ਕਿਹਾ ਵੀ ਇਹਦੀ ਕਾਰਜਕਾਲ ਜਿਹੜੀ ਸਮਰੱਥਾ ਵਧਾ ਦਿੱਤੀ, ਇਹਦਾ ਜੋ ਇਹਦੇ 'ਚ ਪ੍ਰੋਸੀਜਰ ਹੈ ਸੰਵਿਧਾਨ ਦੇ ਅਨੁਸਾਰ, ਉਹਨੂੰ ਅਜੇ ਤੱਕ ਫਾਲੋ ਨਹੀਂ ਕੀਤਾ ਗਿਆ। ਉਹਦੇ 'ਤੇ ਇਹਨਾਂ ਨੇ ਜਿਹੜੇ ਆ ਕਮਿਸ਼ਨ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ, ਉਹਨਾਂ ਕੋਲ ਜਵਾਬ ਮੰਗਿਆ, ਕੇਂਦਰ ਸਰਕਾਰ ਕੋਲ ਵੀ ਮੰਗਿਆ ਜਵਾਬ, ਅਜੇ ਤੱਕ ਨੋਟੀਫਿਕੇਸ਼ਨ ਹੋ ਗਿਆ, ਔਰ ਉਹਦੇ 'ਤੇ ਅਜੇ ਕੋਈ ਫਾਈਨਲਾਈਜ਼ ਨਹੀਂ ਹੋਇਆ, ਜਿੱਥੇ 'ਚ ਗ੍ਰਹਿ ਮੰਤਰੀ ਵੀ ਇਨਵੋਲਵ ਹੋਣਗੇ, ਕਿਉਂਕਿ ਉਹਨਾਂ ਦਾ ਮਹਿਕਮਾ ਉਹਨਾਂ ਦੇ ਵਿੱਚ ਗੱਲ ਹੋਏਗੀ, ਔਰ ਉਹਦੇ 'ਤੇ ਕੇਂਦਰ ਸਰਕਾਰ ਪੂਰੀ ਜਵਾਬ ਦੇਊਗਾ, ਮੰਤਰੀ ਹੋਣਗੇ, ਕੈਬਨਿਟ ਹੋਊਗੀ, ਲੋਕ ਸਭਾ ਵਾ, ਦੈਨ ਇਹ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਵੀ ਗੱਲ ਜਾਂਦੀ ਹੈ, ਕਿਉਂਕਿ ਪੋਸਟ ਬਹੁਤ ਵੱਡੀ ਹੁੰਦੀ ਹੈ। ਔਰ ਇਹਦੇ 'ਤੇ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਆ, ਉਹਨਾਂ ਨੇ ਜਿਊਰੀ ਨੇ ਬੈਠ ਕੇ ਗੱਲ ਕੀਤੀ ਆ, ਔਰ ਉਹਨਾਂ ਨੇ ਵੇਖੋ ਵੀ ਹੁਣ ਕਿੱਥੋਂ ਤੱਕ ਗੱਲ ਪਹੁੰਚਦੀ ਹੈ। ਜੇ ਤਾਂ ਉਹਨਾਂ ਨੇ ਕਹਿਤਾ ਵੀ ਠੀਕ ਠਾਕ ਹੈ ਗੱਲ, ਕੋਈ ਇਦਾਂ ਦੀ ਗੱਲ ਨਹੀਂ, 5 ਸਾਲ ਵਧਾ ਦਿਓ, ਇਸ ਕਰਕੇ ਵੀ ਹੈਗਾ ਜਿਹੜੀ ਰੂਲਿੰਗ ਪਾਰਟੀ ਇਸ ਕਰਕੇ ਬਣਾਉਂਦੀ ਕਿਉਂਕਿ ਉਹਨਾਂ ਕੋਲ ਕੇਸ ਜਿਹੜੀਆਂ ਪੈਂਡਿੰਗ ਫਾਈਲਾਂ ਨੇ, ਜਿਹੜੇ ਇੰਡੀਵਿਜੂਅਲ ਲੋਕਾਂ ਦੇ ਕੇਸ ਨੇ, ਜਿਹੜੇ ਹਾਈ ਪ੍ਰੋਫਾਈਲ ਲੋਕ ਨੇ, ਉਹ ਸਾਰੇ ਇਹਨਾਂ ਕੋਲ ਆ। ਔਰ ਜੇ ਨਵਾਂ ਕੋਈ ਆ ਗਿਆ ਈਡੀ, ਉਹਨੇ ਤਾਂ ਥੋੜ੍ਹਾ ਬਹੁਤ ਦੇਖਣ ਲੱਗਿਆ, ਲਿਹਾਜ਼ ਵੀ ਕਰੂ ਜਾਂ ਵੇਖਣ ਲੱਗਿਆ, ਥੋੜ੍ਹਾ ਜਿਹਾ ਇਹਨਾਂ ਨੂੰ ਰਿਲੈਕਸ ਵੀ ਕਰੂਗਾ, ਪਰ ਇਹਨਾਂ ਨੂੰ ਤਾਂ ਪਤਾ ਟੂ ਦਾ ਪੁਆਇੰਟ ਜੋ ਕੁਛ ਹੋਇਆ, ਪਿੰਨ ਪੁਆਇੰਟ ਕੀਤਾ ਇਹਨਾਂ ਨੇ, ਜਿੱਥੇ ਪੁਆਇੰਟ ਗਿਣੇ ਗਏ ਆ, ਜਿੱਥੇ ਇਹਨਾਂ ਨੂੰ ਪਤਾ ਲੱਗਾ ਇੱਥੋਂ ਜੋ ਕੋਈ ਗਲਤੀਆਂ ਹੋਈਆਂ, ਇਹਨਾਂ ਨੂੰ ਖਾਸ ਤੌਰ 'ਤੇ ਪਤਾ। ਇਹਨਾਂ ਨੇ ਕਿਹਾ ਵੀ ਇਹਦੀ ਕਾਰਜਕਾਲ ਮਿਆਦ ਵਧਾ ਦਿਓ, ਤਾਂ ਕਿ ਉਹਨੇ ਦੇਰ ਤੱਕ ਇਹਨਾਂ ਨੂੰ ਧੌਣੋਂ ਫੜ ਕੇ ਅੰਦਰ ਕੀਤਾ। ਸਹੀ ਗੱਲ ਹੈ, ਉਹ ਨਾ ਠੀਕ ਹੈ, ਉਹ ਹੁਣ ਜਵਾਬ ਦੇਣਗੇ ਕਿਉਂਕਿ ਕੋਰਟ ਨੇ ਮੰਗਿਆ ਤੇ ਜਵਾਬ ਤੇ ਦੇਣਾ ਹੀ ਪੈਣਾ ਕਿ ਤੁਸੀਂ ਕਿੱਦਾਂ ਆਪਣੇ ਆਪ ਵਧਾ ਦਿੱਤਾ। ਬਕਾਇਦਾ ਤੌਰ ਤੇ ਦੇਣਗੇ, ਕਿਉਂਕਿ ਅਕੋਰਡਿੰਗ ਕੰਸਟੀਟਿਊਸ਼ਨ ਜੋ ਕੁਛ ਹੋਇਆ ਉਹ ਰੂਲ ਐਂਡ ਰੈਗੂਲੇਸ਼ਨ ਨਾਲ ਹੋਇਆ, ਤਦੇ ਹੋਇਆ, ਕਿਉਂਕਿ ਜਿਹੜਾ ਚੋਣ ਕਮਿਸ਼ਨਰ ਹੈ ਇਹਨੂੰ ਵੀ ਪਤਾ ਹੈਗਾ, ਹਾਈ ਪ੍ਰੋਫਾਈਲ ਦੇ ਵੱਡੀ ਪੋਸਟ ਹੈਗੀ ਆ, ਕੇਂਦਰ ਸਰਕਾਰ 'ਚ ਮੰਤਰੀ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਪਤਾ ਹੈਗਾ, ਔਰ ਇਹ ਦੂਰ ਤੱਕ ਗੱਲ ਜਾਊਗੀ ਕਿ ਨੋਟੀਫਿਕੇਸ਼ਨ ਕਿਹਨਾਂ ਕੀਤਾ, ਕਿਉਂ ਕੀਤਾ ਤੇ ਕਾਹਦੇ ਲਈ ਕੀਤਾ, ਇਸ ਕਰਕੇ ਕਾਰਜਕਾਲ ਤਾਂ ਉਹਨਾਂ ਦਾ ਖਤਮ ਹੋ ਰਿਹਾ ਹੋਊਗਾ। ਹਾਂ, ਜੇ ਆਪਣੇ ਆਪ ਕੀਤਾ ਤੁਸੀਂ ਤੇ ਆਪਣੇ ਆਪ ਕਿਹੜੇ ਲਾਅ ਦੇ ਵਿੱਚ ਕੀਤਾ, ਕਨਸਟੀਟਿਊਸ਼ਨ ਕਿੱਦਾਂ ਤੁਹਾਨੂੰ ਅਲਾਉ ਕਰਦਾ, ਕਿਹੜੇ ਸੈਕਸ਼ਨਸ ਦੇ ਵਿੱਚ ਤੁਸੀਂ ਆਪਣੇ ਆਪ ਕਰ ਸਕਦੇ ਹੋ, ਉਹ ਸਾਰਾ ਜਵਾਬ ਔਰ ਸੈਟੀਸਫੈਕਸ਼ਨ ਕਰਨਾ ਹੈ, ਜਸਟੀਫਾਈ ਕਰਨਾ ਹਰ ਚੀਜ਼ ਨੂੰ। ਜਦੋਂ ਜਸਟੀਫਿਕੇਸ਼ਨ ਹੋ ਗਈ, ਇਟਸ ਆਲ ਰਾਈਟ, ਰਹਿਣਗੇ ਕੰਟੀਨਿਊ ਕਰਾਉਣਾ ਕੰਮ, ਇਹਨਾਂ ਨੇ ਆਪਣਾ ਕੰਮ ਤਾਂ
ਕਿਉਂਕਿ ਜਿਹੜਾ ਪਹਿਲਾ ਆਦਮੀ ਜਾਂ ਪਹਿਲੇ ਆਫੀਸਰ ਬੈਠਾ ਹੋਗਾ ਉਹਨਾਂ ਨੂੰ ਜ਼ਿਆਦਾ ਪਤਾ ਹੋਗਾ ਆਪਣੇ ਵਿਭਾਗ ਦਾ, ਉਹਨੂੰ ਜ਼ਿਆਦਾ ਪਤਾ। ਨਵੇਂ ਆਏ ਨੂੰ ਤਾਂ 1 ਸਾਲ ਉੱਦਾਂ ਲੱਗ ਜਾਂਦਾ, ਕਿੱਧਰ ਕਿੱਧਰ ਸਮਝਣ ਵਿੱਚ ਹੀ ਲੱਗ ਜਾਂਦਾ। ਸੋ ਅਫੀਸ਼ੀਅਲ ਮੈਟਰਸ ਨੇ, ਇੱਥੇ ਕੋਰਟ ਦਾ ਤੇ ਡਿਪਾਰਟਮੈਂਟ ਦਾ ਆਪਸ ਦਾ ਮਾਮਲਾ ਹੈ, ਔਰ ਇਹ ਉਹਨਾਂ ਨੇ ਆਪਸ ਵਿੱਚ ਜਵਾਬ ਦੇ ਦੇਣੀ ਹੈ, ਜਵਾਬ ਦੇਣੇ ਨੇ ਉਸ ਚੀਜ਼ ਦੇ। ਹਰ ਇੰਡੀਵਿਜੂਅਲ ਫਾਈਲ ਬਣੀ ਹੈ, ਉੱਤੇ ਕੀ ਕੁਝ ਕਰਨਾ ਉਹ ਵੀ ਲਿਖਿਆ ਹੁੰਦਾ ਪਹਿਲਾਂ, ਔਰ ਉਹਦੇ ਤੱਕ ਜੁਡੀਸ਼ਰੀ ਤੱਕ ਜਾਣ ਤੱਕ ਵੀ ਅੱਜ ਕੱਲ੍ਹ ਫੇਸਬੁੱਕ ਤੇ ਤਾਂ ਇੰਨੀ ਜਲਦੀ ਆਉਂਦਾ। ਉਹ 'ਚ ਜਿਹੜੇ ਜੱਜ ਬੈਠੇ ਆ ਨਾ, ਜੂਰੀ ਬੈਠੇ, ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਕੀ ਕਰੀਏ। ਲੋਕਾਂ ਡਿਸਾਈਡ ਕਰਕੇ ਦਿੱਤਾ ਹੁੰਦਾ ਵੀ ਆਹ ਕੇਸ ਆ, ਧਾਰਾ ਲੱਗ ਗਈ, ਇਹਨੂੰ ਪਤਾ। ਲੋਕ ਤਾਂ ਬੜੇ ਜ਼ਬਰਦਸਤ ਨੇ। ਔਰ WhatsApp ਯੂਨੀਵਰਸਿਟੀ ਤੇ Facebook ਯੂਨੀਵਰਸਿਟੀ, ਇਹ ਦੋਵੇਂ ਯੂਨੀਵਰਸਿਟੀਆਂ ਬੜੀਆਂ ਟੌਪ ਦੀਆਂ ਬਣ ਗਈਆਂ, ਰਿਸਰਚ ਬੇਸਡ ਯੂਨੀਵਰਸਿਟੀਆਂ, ਇਹਨਾਂ ਤੇ ਸਾਰਾ ਕੁਝ। ਔਰ ਮੈਨੂੰ ਨਾ ਇੱਕ ਮਜ਼ਾਕ ਵਾਲੀ ਗੱਲ ਚੇਤੇ ਆ ਗਈ, ਥੋੜਾ ਲਾਈਟਰ ਮੂਡ ਵੱਲ ਚੱਲੀਏ, ਕਿਉਂਕਿ ਈਡੀ ਨੂੰ ਦੇਖ ਕੇ ਬੜਾ ਹੈਵੀ ਮੂਡ ਹੋ ਜਾਂਦਾ। ਉਹ ਲਾਈਟਰ ਮੂਡ ਇਹ ਹੈ ਕਿ ਇੱਕ ਨਾ ਸ਼ਾਪਿੰਗ ਮਾਲ ਹੈ ਤੇ ਉਹਦੇ 'ਚ ਬਹੁਤ ਸਾਰੇ ਲੋਕ ਖਰੀਦਦਾਰੀ ਕਰਨ ਪਹੁੰਚੇ ਹੋਏ ਨੇ, ਤੇ ਇੱਕ ਛੋਟਾ ਜਿਹਾ ਬੱਚਾ ਆਪਣੇ ਮੰਮੀ ਪਾਪਾ ਨਾਲ ਆਇਆ ਹੋਇਆ। ਉਹ ਖੇਡ 'ਚ ਨਾ ਉਹਨੇ 1 ਰੁਪਈਏ ਦਾ ਇੱਕ ਕੁਆਇਨ, ਇੱਕ ਸਿੱਕਾ ਆਪਣੇ ਗਲੇ 'ਚ ਫਸਾ ਲਿਆ। ਹੁਣ ਉੱਥੇ ਤੇ ਚਿੰਤਾ ਹੋ ਗਈ, ਬੱਚੇ ਨੇ ਸਿੱਕਾ ਗਲੇ 'ਚ ਫਸਾ ਲਿਆ, ਜੀ ਕੀ ਕਰੀਏ, ਕੋਈ ਕਿਹੜੀ ਸਲਾਹ ਦੇਵੇ, ਕੋਈ ਕਿਹੜੀ ਸਲਾਹ ਦੇਵੇ, ਸਾਰੇ ਲੱਗੇ ਹੋਏ, ਸਾਰੇ ਕਨਫਿਊਜ਼। ਇਹਨਾਂ ਨੂੰ ਇੱਕ ਬਜ਼ੁਰਗ ਆਦਮੀ ਅੱਗੇ ਆਇਆ, ਉਹਨੇ ਬੱਚੇ ਨੂੰ ਗੋਦੀ ਚੁੱਕਿਆ, ਉਹਦੇ ਗਲੇ ਦੀ ਮਾਲਿਸ਼ ਕਰ, ਉਹਦੀ ਪਿੱਠ ਦੀ ਮਾਲਿਸ਼ ਕਰ, ਥਪਕੀਆਂ ਮਾਰ ਛਾਤੀ ਤੇ ਪਿੱਠ ਤੇ। ਉਹਨੇ ਜੀ 1 ਰੁਪਈਏ ਦਾ ਸਿੱਕਾ ਕੱਢ ਲਿਆ ਗਲੇ 'ਚੋਂ। ਹੁਣ ਬੱਚਾ ਬਿਲਕੁਲ ਠੀਕ ਹੈ, ਆਪਣੇ ਮੰਮੀ ਪਾਪਾ ਦੀ ਗੋਦੀ 'ਚ ਖੇਡਦਾ। ਤੇ ਲੋਕਾਂ ਨੂੰ ਕਿਉਰਿਓਸਿਟੀ ਹੁੰਦੀ ਹੈ ਨਾ, ਲੋਕੀ ਉਹਨੂੰ ਪੁੱਛਦੇ ਨੇ ਬਜ਼ੁਰਗ ਆਦਮੀ ਨੂੰ, ਕਹਿੰਦੇ ਅੰਕਲ ਤੁਸੀਂ 1 ਰੁਪਈਏ ਦਾ ਸਿੱਕਾ ਕੱਢ ਲਿਆ ਗਲੇ 'ਚੋਂ? ਕਹਿੰਦੇ ਹਾਂ। ਤੁਸੀਂ ਡਾਕਟਰ ਹੋ? ਕਹਿੰਦਾ ਮੈਂ ਡਾਕਟਰ ਨਹੀਂ ਹਾਂ, ਮੈਂ ਇਨਕਮ ਟੈਕਸ ਡਿਪਾਰਟਮੈਂਟ ਤੋਂ, ਪੈਸੇ ਜਿੱਥੇ ਵੀ ਫਸੇ ਹੋਣ ਨਾ ਅਸੀਂ ਕੱਢ ਲਈਦੇ ਹੁੰਦੇ ਨੇ। ਪਤਾ ਵੀ ਜਿਹੜੀ ਨੁਕਰੇ ਪੈਸੇ ਪਏ ਅਸੀਂ ਕੱਢ ਲੈਂਦੇ ਹੁੰਦੇ ਇਨਕਮ ਟੈਕਸ ਵਾਲੇ। ਸੋ ਇਸ ਕਰਕੇ ਇਹ ਇਨਕਮ ਟੈਕਸ ਡਿਪਾਰਟਮੈਂਟ, CBI, ED, ਇਹ ਤਾਂ ਬਹੁਤ ਡਰ ਲੱਗਦਾ। ਤੁਸੀਂ ਜਦੋਂ ਕਿਤੇ ਬੈਠੇ ਜੇ ਨਾ, ਕੋਈ ਤੁਹਾਡੇ ਕੋਈ ਕੇਸ ਹੋ ਗਿਆ ਤੇ ਤੁਹਾਨੂੰ ਦੱਸਣ ਵਾਲੇ ਉੱਥੇ 36 ਵਕੀਲ ਬੈਠੇ ਹੋਣਗੇ ਬੋਰਡ ਦੇ ਸਾਹਮਣੇ। ਜੇ ਤੁਸੀਂ ਬੁਖਾਰ ਹੋਇਆ ਤੁਹਾਨੂੰ ਤਾਂ 36 ਆਯੁਰਵੈਦ, ਐਲੋਪੈਥੀ, ਉਹਦੇ 'ਚ ਹੋਮਿਓਪੈਥੀ ਡਾਕਟਰ ਵੀ ਬੈਠੇ ਹੋਣਗੇ, ਹਰ ਤਰ੍ਹਾਂ ਦੇ ਲੋਕ ਸੁਝਾਅ ਦਿੰਦੇ ਆ। ਹਾਂਜੀ, ਅਗਲਾ ਇਹ ਜੀ ਕਿ ਲੋਕ ਸਭਾ ਦੇ ਵਿੱਚ ਜੋ ਕਿਸਾਨਾਂ ਦੇ ਕਰਜ਼ੇ ਨੇ ਉਹਨਾਂ ਨੂੰ ਲੈ ਕੇ ਤਿੱਖੀ ਬਹਿਸ ਹੋਈ ਹੈ ਕਿ ਕਰਜ਼ਾ ਮੁਆਫ ਕੀਤਾ ਜਾਏ, ਕਿਉਂਕਿ ਅਸੀਂ ਦੇਖਦੇ ਹਾਂ ਖੁਦਕੁਸ਼ੀਆਂ ਵੱਧਦੀਆਂ ਪਈਆਂ ਨੇ। ਕਾਰਪੋਰੇਟਸ ਦੇ ਘਰਾਣੇ ਦੇ ਬੜੇ ਜਿਹੜੇ ਨੇ ਵਧੀਆ ਤਰੀਕੇ ਨਾਲ ਆਪਣਾ ਕਰਜ਼ਾ ਮੁਆਫ ਕਰਵਾ ਲੈਂਦੇ ਨੇ, ਜਾਂ ਕਰਜ਼ਾ ਮੁਆਫ ਕਰ ਦਿੱਤਾ ਜਾਂਦਾ ਕਰੋੜਾਂ ਦੇ ਵਿੱਚ। ਤੇ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਹਮੇਸ਼ਾ ਰੇੜਕਾ ਪਿਆ ਰਹਿੰਦਾ, ਕਿਤੇ ਨਾ ਕਿਤੇ ਉਣਤਾਈਆਂ ਤਾਂ ਹੁੰਦੀਆਂ ਹੀ ਨੇ, ਔਰ ਕਈ ਡਿਫਾਲਟਰਸ ਵੀ ਹੋ ਜਾਂਦੇ ਨੇ, ਔਰ ਕਈ ਜ਼ਿਆਦਾ ਕਰਜ਼ਾ ਹੋਣ ਕਰਕੇ ਆਪਣੀ ਜਾਨ ਵੀ ਦੇ ਦਿੰਦੇ ਨੇ। ਸੋ ਇਹ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ। ਸੋ ਲੋਕ ਸਭਾ ਦੇ ਵਿੱਚ ਤਿੱਖੀ ਬਹਿਸ ਹੋਈ ਇਸ ਚੀਜ਼ ਨੂੰ ਲੈ ਕੇ। ਹਾਂ, ਲੋਕ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਉਹਦੇ 'ਚ ਇਹ ਮੁੱਦਾ ਜਦੋਂ ਆਇਆ ਹੈ, ਉਹਦੇ 'ਚ ਜਦੋਂ ਚੱਕਿਆ ਮੁੱਦਾ ਔਰ ਸੈਸ਼ਨ 'ਚ ਲੋਕਾਂ ਦੇ ਸਾਹਮਣੇ ਆ ਗਿਆ ਇਹਨਾਂ ਦੇ MPs ਦੇ, ਤੇ ਉਦੋਂ ਬਾਅਦ ਇਹ 'ਤੇ ਤਿੱਖਾ ਵਿਰੋਧ ਹੋਇਆ। ਇਹ 'ਤੇ ਸਪੀਕਰ ਨੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਓਮ ਬਿਰਲਾ ਨੇ, ਔਰ ਪਰ ਲੋਕ ਜਿਹੜੇ ਉੱਥੇ ਬੈਠੇ ਸੀ, ਜਿਹੜੇ ਕਿਸਾਨੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ ਜਾਂ ਇੱਧਰੋਂ MP ਦੇ ਤੌਰ ਤੇ ਗਏ ਸੀ, ਉਹਨਾਂ ਨੂੰ ਇਸ ਤਰ੍ਹਾਂ ਗੁੱਸਾ ਚੜਿਆ ਕਿ ਕਿਉਂ ਨਹੀਂ ਵੀ ਬਾਕੀ ਕਰਜ਼ੇ ਮਾਫ ਹੁੰਦੇ ਆ, ਲੋਕ ਸਭਾ 'ਚ ਇਹ ਜਿਹੜਾ ਤਿੱਖਾ ਵਿਰੋਧ ਕਿਉਂ ਹੋ ਰਿਹਾ। ਇਹਦੇ ਅਗੇਂਸਟ ਬੋਲਦੇ ਸੀਗੇ ਕਿ ਜਦੋਂ ਵੇਖੋ ਵਿਪਤਾ ਪੈਂਦੀ ਹੈ, ਹੁਣ ਇਸ ਵੇਲੇ ਹੜ੍ਹ ਆ ਗਏ, ਹੜ੍ਹਾਂ 'ਚ ਜਿਹੜੀਆਂ ਫਸਲਾਂ ਬਰਬਾਦ ਹੋ ਗਈਆਂ, ਫਸਲਾਂ ਬਿਲਕੁਲ ਵਿਛ ਗਈਆਂ। ਉਹਦੇ ਵਿੱਚ ਕੀ ਹੈ, ਝੋਨਾ, ਮੱਕੀ ਜ਼ਿਆਦਾ ਪਾਣੀ ਨਹੀਂ ਮੰਗਦੀ। ਜਿਹੜਾ ਝੋਨਾ ਬਾਸਮਤੀ ਹੈ ਇਹ ਪਾਣੀ ਤਾਂ ਲੈਂਦਾ, ਪਰ ਇੰਨਾ ਪਾਣੀ ਨਹੀਂ ਹੁੰਦਾ ਕਿ ਜਦੋਂ ਇਹਦੇ ਉੱਪਰ ਦੀ ਚਲੇ ਗਿਆ ਇਹ ਥੱਲੇ ਖਤਮ ਹੋ ਜਾਊਗਾ। ਪਰ ਮੀਂਹ ਪੈਣ ਤੋਂ ਬਾਅਦ ਜੇ ਹਵਾ ਚੱਲ ਪਈ ਤੇ ਥੱਲੇ ਡਿੱਗ ਪਿਆ ਤੇ ਸਾਰੀ ਜਿਹੜਾ ਝਾੜ ਇਹਦਾ ਖਤਮ ਹੋ ਗਿਆ। ਔਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਵਿਪਤਾ ਵਾਲੀਆਂ, ਇਹਦੇ ਵਿੱਚ ਗਿਰਦਾਵਰੀ ਹੁੰਦੀ ਆ, ਗਿਰਦਾਵਰੀ ਤੋਂ ਬਾਅਦ ਉਹਨੂੰ ਮੁਆਵਜ਼ਾ ਮਿਲਦਾ। ਪੰਜਾਬ ਗੌਰਮੈਂਟ ਦੇ ਵਿੱਚ ਇਹਨਾਂ ਨੇ ਕਹਿਤਾ, ਭਗਵੰਤ ਮਾਨ ਨੇ, ਕਿ ਜਿਹੜਾ ਅਸੀਂ ਮੁਆਵਜ਼ਾ ਜਿੰਨਾ ਦੇ ਸਕਦੇ ਦੇਣਾ ਪਵੇਗਾ, ਦੇਵਾਂਗੇ। ਪਰ ਲੋਕ ਸਭਾ 'ਚ ਇਹਦੀ ਤਿੱਖੀ ਵਿਰੋਧਤਾ ਹੋਈ, ਔਰ ਉਹਦੇ 'ਚ ਇਹ ਕਿਹਾ ਗਿਆ ਕਿ ਨਹੀਂ, ਜਿਹੜੀ ਸਟੈਂਡਿੰਗ ਕ੍ਰੌਪ ਆ ਇਹਦੇ 'ਚ ਇੰਸ਼ੋਰੈਂਸ ਹੁੰਦੀ ਹੈ ਨਾ, ਜਿਹੜੀ ਖੜੀ ਫਸਲ ਆ ਜਦੋਂ ਡਿੱਗਦੀ ਹੈ ਕਰਦੀ ਹੈ, ਤਾਂ ਕਹਿੰਦੇ ਉਹ ਪੈਸਾ ਉਹ ਦੇ ਸਕਦੇ ਆ, ਸਰਕਾਰ ਨਹੀਂ ਦੇਊਗੀ, ਉਹਦੇ 'ਚ ਸਰਕਾਰ ਦਾ ਕੋਈ ਹਿੱਸਾ ਨਹੀਂ ਬਣਦਾ। ਔਰ ਇਹਦੇ 'ਤੇ ਜਿਹੜੀ ਤਿੱਖੀ ਵਿਰੋਧਤਾ ਤੋਂ ਬਾਅਦ ਜਿਹੜੇ ਨੁਮਾਇੰਦੇ ਸੀ ਉਹ ਬਹੁਤ ਨਾਰਾਜ਼ ਵੀ ਹੋਏ, ਔਰ ਇਹਦੇ 'ਤੇ ਕਿਸੇ ਨੇ ਜਵਾਬ ਚੱਜਣਾ ਨਹੀਂ ਦਿੱਤਾ ਕਿ ਇਹਦੇ ਵਿੱਚ ਜਿਹੜੇ ਆਪਣੇ ਮੰਤਰੀ ਨੇ, ਖੇਤੀਬਾੜੀ ਮੰਤਰੀ ਉਹਨਾਂ ਦਾ ਬਣਦਾ ਸੀਗਾ ਤਾਂ ਨਰਿੰਦਰ ਤੋਮਰ ਜੀ, ਉਹਨਾਂ ਨੂੰ ਚਾਹੀਦਾ ਸੀ ਕਿ ਇਹਦਾ ਜਵਾਬ ਦਿੰਦੇ। ਪਿਊਸ਼ ਗੋਇਲ ਜੀ ਨੇ ਇੱਕ ਕਮੇਟੀ ਵੀ ਬਣੀ ਇਹਨਾਂ ਦੀ, ਜਿਸ 'ਚ ਕਿਸਾਨਾਂ ਦੇ ਮੁੱਦਿਆਂ ਨੂੰ ਅੱਗੇ ਰੱਖਿਆ ਜਾਂਦਾ। ਇਹ ਮਾਮਲਾ ਇੰਨਾ ਲੰਬਾ ਕਰ ਦਿੱਤਾ ਕਿ ਇਹਦਾ ਕੋਈ ਸਿੱਟਾ ਹੀ ਨਹੀਂ ਨਿਕਲਿਆ, ਉੱਥੇ ਦਾ ਉੱਥੇ ਜ਼ੀਰੋ 'ਤੇ ਚਲੇ ਗਿਆ ਕੰਮ। ਪਤਾ ਨਹੀਂ ਕਿਸਾਨਾਂ ਨਾਲ ਇਹ ਕਿਉਂ ਵਤੀਰਾ ਹੁੰਦਾ ਹੈ ਕਿ ਰੋਟੀ ਨਹੀਂ ਖਾਣੀ ਅਸੀਂ, ਬਸ ਹੈ ਨਾ, ਅਸੀਂ ਜਿਉਣਾ ਹੈ, ਜਿਉਣ ਵਾਸਤੇ ਰੋਟੀ ਖਾਣਾ ਜ਼ਰੂਰੀ ਹੈ। ਬਿਲਕੁਲ। ਹੁਣ ਕਾਰਪੋਰੇਟਸ ਜਿਹੜੇ ਨੇ ਉਹ ਆਪਣੇ ਕੋਲ ਗੋਦਾਮਾਂ ਦੇ ਵਿੱਚ ਮਾਲ ਨੂੰ ਸਟੋਰ ਕਰਕੇ ਰੱਖ ਸਕਦੇ ਨੇ, ਫਿਰ ਉਹਨੂੰ ਉੱਚੀਆਂ ਕੀਮਤਾਂ ਦੇ ਵੇਚ ਕੇ ਆਪਣੇ ਮੁਨਾਫੇ ਹੋਰ ਕਮਾ ਸਕਦੇ ਨੇ, ਉਹ ਤਾਂ ਮੰਨ ਲਿਆ। ਪਰ ਉਹ ਸਟੋਰਾਂ 'ਚ ਤਾਂ ਰੱਖਣਗੇ ਨਾ ਜੇ ਕਿਸਾਨ ਕੋਲ ਹੋਏਗਾ ਦੇਣ ਵਾਸਤੇ, ਵੇਚਣ ਵਾਸਤੇ। ਪਿਆਜ਼ ਹੁਣ ਕੌਣ ਬੀਜਦਾ? ਕਿਸਾਨ ਬੀਜਦਾ ਨਾ, ਗੰਢੇ ਲਾਉਂਦਾ ਉਹੀ ਲਾਉਂਦਾ ਨਾ ਵੱਟਾਂ ਤੇ, ਉਹਦੇ ਤੋਂ ਬਾਅਦ ਉਹਦੀਆਂ ਲਾ ਕੇ ਉਹਦੀ ਪਨੀਰੀ ਲਾ ਕੇ ਉਹਨੂੰ ਪੂਰਾ ਸਜਾਉਂਦਾ ਤੇ ਉਹਨੂੰ ਪਾਲਦਾ।
ਫਿਰ ਪਿਆਜ਼ ਜਦੋਂ ਹੁੰਦਾ, ਪਿਆਜ਼ ਹਰ ਸਬਜ਼ੀ 'ਚ ਪੈਂਦਾ ਹੈ ਨਾ, ਲਸਣ, ਪਿਆਜ਼, ਧਨੀਆ, ਅਦਰਕ ਸਾਰਾ ਕਿਸਾਨ ਬੀਜਦਾ ਔਰ ਸਾਰੀਆਂ ਸਬਜ਼ੀਆਂ 'ਚ ਪੈਂਦਾ। ਪਰ ਜਦੋਂ ਵੇਚਣ ਦਾ ਮੌਕਾ ਆਉਂਦਾ ਇਹ ਸਟੋਰ ਹੋ ਜਾਂਦਾ। ਫਿਰ ਨਾਸਿਕ ਮਹਾਰਾਸ਼ਟਰ 'ਚ ਇੱਕ ਏਰੀਆ ਵਾ, ਉੱਥੋਂ ਦੇ ਜਿਹੜਾ ਪਿਆਜ਼ ਹੈ ਜਿਹੜਾ ਉਹ ਥੋੜ੍ਹਾ ਜਿਹਾ ਲਾਲ ਰੰਗ ਦਾ, ਪਰ ਸਵਾਦ ਜਿਹੜਾ ਪੰਜਾਬ ਦੀ ਧਰਤੀ 'ਤੇ ਉੱਗਿਆ ਜਿਹੜਾ ਪਿਆਜ਼ ਗੰਡਾ ਉਹੀ ਹੁੰਦਾ, ਜਿਹੜਾ ਆਲੂਆਂ ਨੂੰ ਵੀ ਮੀਟ ਵਰਗੇ ਬਣਾ ਦਿੰਦਾ, ਇੱਦਾਂ ਦਾ ਪਿਆਜ਼ ਹੈਗਾ। ਜਦੋਂ ਲੋਕ ਕਹਿੰਦੇ ਵੀ ਸੇਬ ਜਿੰਨਾ ਮਰਜ਼ੀ ਮਹਿੰਗਾ ਹੋ ਜਾਵੇ ਉਹਦਾ ਕੋਈ ਪਰਵਾਹ ਨਹੀਂ ਹੈਗੀ, ਕਿਉਂਕਿ ਲੋਕ ਜਿਹੜੇ ਪੰਜਾਬੀਆਂ ਨੂੰ ਸੇਬ ਖਾਣ ਦੀ ਬਹੁਤੀ ਆਦਤ ਨਹੀਂ, ਪਰ ਪਿਆਜ਼ ਜਿਹੜਾ ਹੈਗਾ ਇਹ ਉਸ ਜ਼ਮਾਨੇ 'ਚ 90 ਜਾਂ 100 ਰੁਪਏ ਕਿਲੋ ਵੀ ਹੋ ਗਿਆ। ਤੇ ਲੋਕ ਕਹਿੰਦੇ ਵੀ ਜਦੋਂ ਤੁਸੀਂ ਆ ਰਹੇ ਜੇ ਘਰਾਂ ਨੂੰ, ਤੁਸੀਂ ਜਦੋਂ ਸੇਬ ਲਿਆਉਂਦੇ ਜੇ, ਸੇਬ ਨਾ ਲਿਆਓ, ਪਿਆਜ਼ ਲਿਆਓ, ਕਿਉਂਕਿ ਪਿਆਜ਼ ਦੀ ਤਾਂ ਇੰਨੀ ਜ਼ਰੂਰਤ ਆ। ਪਰ ਦੇਖੋ ਸਟੋਰ ਜਿਹੜਾ ਤੁਸੀਂ ਕਿਹਾ ਹੋਣੀ ਗੱਲ ਹੈ ਦਰੁਸਤ ਹੈ ਕਿ ਸਟੋਰ ਕਰਨ ਨਾਲ ਜਿਹੜਾ ਕੌਣ ਹੁੰਦਾ, ਜਿਹੜਾ ਵੇਚਣ ਵਾਲਾ ਬੰਦਾ ਉਹ ਸ਼ਾਹੂਕਾਰ ਬਣਦਾ, ਜਿਹਨੇ ਸਟੋਰ ਕੀਤਾ। ਆਲੂ ਸਟੋਰ ਕਰਦਾ ਅਤੇ ਪਿਆਜ਼ ਸਟੋਰ ਕਰਦਾ। ਜਿਹੜਾ ਕਿਸਾਨ ਆ ਉਹਨੇ ਜਦੋਂ ਬੀਜੇ ਉਹਦੇ ਬਾਅਦ ਕੱਢੇ ਅਤੇ ਮੰਡੀ 'ਚ ਵੇਚ ਆਇਆ। ਵੇਚ ਕਿਦੋਂ ਆਇਆ? ਉਹ ਜਿਹੜਾ ਭਾਅ ਆ ਬਹੁਤ ਸਸਤਾ, ਉਹ ਵੇਚ ਆਇਆ 8 ਰੁਪਏ ਕਿਲੋ, 10 ਰੁਪਏ ਕਿਲੋ। ਇੱਕ ਜ਼ਮਾਨਾ ਸੀਗਾ ਜਲੰਧਰ ਦੇ ਏਰੀਏ 'ਚ ਸੜਕਾਂ 'ਤੇ ਆਲੂ ਵਿਛਾ ਤੇ ਲੋਕਾਂ ਨੇ ਸੁੱਟ ਦਿੱਤੇ, ਕਿਉਂਕਿ ਮਾਰਕੀਟ 'ਚ ਹੈ ਹੀ ਕੁਛ ਨਹੀਂ ਗਾ। ਉਹ ਕਹਿੰਦੇ ਲਾਓ ਬੋਰੀਆਂ ਦੇ ਬੋਰੀਆਂ ਵਿਛਾ ਦਿਓ, ਕਿਉਂਕਿ ਜਦੋਂ ਕਿਸਾਨ ਕੋਲ ਚੀਜ਼ ਪਈ ਹੈ ਮਿੱਟੀ ਹੈ, ਜਦੋਂ ਦੂਜੇ ਦੇ ਕੋਲ ਚੱਲ ਜਾਂਦੀ ਇੱਕ ਸੋਨਾ ਹੋ ਜਾਂਦਾ। ਸੋ ਪਿਆਜ਼ ਤੋਂ ਨਾ ਇੱਕ ਗੱਲ ਮੈਨੂੰ ਚੇਤੇ ਆਈ, ਕਹਿੰਦੇ ਪਿਆਜ਼ ਤੇ ਜਿਹੜੇ ਆਮ ਗਰੀਬ ਲੋਕ ਨੇ ਉਹ ਇੱਕੋ ਜਿਹੇ ਹੀ ਹੁੰਦੇ ਨੇ, ਕਿਉਂਕਿ ਜਦੋਂ ਦੋਨਾਂ ਨੂੰ ਕੱਟਿਆ ਜਾਂਦਾ ਨਾ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ। ਸੋ ਗਰੀਬ ਆਦਮੀ ਨੂੰ ਵੀ ਕੱਟਦੀ ਹੈ ਮਹਿੰਗਾਈ। ਆਪਾਂ ਅੱਗੇ ਵਧਦੇ ਹਾਂ। ਜੋ ਸਾਡੇ ਸਪੀਕਰ ਨੇ ਓਮ ਬਿਰਲਾ ਜੀ, ਉਹਨਾਂ ਨੇ ਇਹ ਕਿਸਾਨੀ ਕਰਜ਼ੇ ਨੂੰ ਲੈ ਕੇ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ ਤੇ ਕਰਜ਼ਾ ਮੁਆਫ ਨਹੀਂ ਹੁੰਦਾ। ਆਹੋ, ਇਹਨਾਂ ਨੇ ਕੀਤਾ ਬਿਆਨ ਦਿੱਤਾ, ਜਿਹੜਾ ਕ੍ਰੈਡਿਟ ਕਾਰਡ ਜਿਹੜਾ ਕਿਸਾਨਾਂ ਨੂੰ ਮੁਹੱਈਆ ਦਿੱਤੇ ਗਏ ਉਹਨਾਂ 'ਤੇ ਕਰਜ਼ਾ ਮਾਫ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦੀ ਉਹ ਦੂਜੀਆਂ ਸਹੂਲਤਾਂ ਨੇ ਸਮਾਨ ਲਿਆਉਣ ਲਈ ਹੈਗਾ, ਜਿਹਦੇ 'ਚ ਉਹ ਇਕੱਠਾ ਸਮਾਨ ਲਿਆ ਸਕਦੇ, ਯੂਰੀਆ ਖਾਦ ਲਿਆ ਸਕਦੇ ਆ, ਬੀਜ ਲਿਆ ਸਕਦੇ ਆ, ਉਹਦੇ 'ਚ ਸਾਰਾ ਸਮਾਨ ਜਿਹੜਾ ਉਹਦੇ 'ਚ ਕ੍ਰੈਡਿਟ ਕਾਰਡ 'ਤੇ ਦਿੱਤਾ ਜਾ ਸਕਦਾ। ਜਿੱਦਾਂ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਆ ਉਹਦੇ 'ਤੇ ਲਿਆ ਸਕਦੇ ਆ, ਪਰ ਉਹਦੇ 'ਤੇ ਨਹੀਂ ਕਰਜ਼ਾ ਮਾਫ ਹੋ ਸਕਦਾ। ਵਾਕਈ ਵੈਸੇ ਹੈ, ਕਿਉਂਕਿ ਬੈਂਕਾਂ 'ਚ ਤੁਹਾਡਾ ਜਿਹੜਾ ਖਾਤਾ ਵਾ ਗੌਰਮੈਂਟ ਦਾ ਸਮਾਨ ਲਿਆਉਣ ਲਈ ਹੈਗਾ, ਨਾ ਕਿ ਕੈਸ਼ ਨੂੰ ਤੁਸੀਂ ਜਿਹੜਾ ਖਤਮ ਕਰਕੇ ਤੇ ਕਰਜ਼ਾਈ ਜਿਹੜੇ ਹੋਏ ਜੋ ਉਹਨੂੰ ਕਰ ਲਓ। ਕਿਤੇ ਕਿਤੇ ਕਿਸਾਨਾਂ ਦੀ ਵੀ ਇਹ ਥੋੜ੍ਹੀ ਊਣਤਾ ਹੀ ਰਹੀ ਹੈ। ਕਈ ਵਾਰੀ ਤੁਸੀਂ ਟਰੈਕਟਰ ਲੈਂਦੇ ਜੇ ਆਪਣੇ ਖੇਤਾਂ ਦੇ ਹਲ ਵਾਹੁਣ ਲਈ, ਔਰ ਪੈਸਾ ਇੰਨਾ ਤੁਸੀਂ ਚੜ੍ਹਾ ਲੈਂਦੇ ਆਪਣੇ ਆਪ 'ਤੇ, ਜ਼ਮੀਨ ਤੁਹਾਡੇ ਕੋਲ 5 ਏਕੜ ਆ ਔਰ ਟਰੈਕਟਰ ਤੁਸੀਂ ਵੱਡਾ ਲਿਆ ਕੇ ਖੜਾ ਕਰ ਲਿਆ ਹੈ ਨਾ, ਉਹਦੇ 'ਚ ਤੁਸੀਂ ਜਦੋਂ ਵਾਹੋਗੇ ਇੱਕ ਵਾਰੀ ਫਸਲ ਬੀਜਤੀ, ਉਹਦੇ ਬਾਅਦ ਮੁੜ ਕੇ 6 ਮਹੀਨੇ ਟਰੈਕਟਰ ਜਾਮ ਪਿਆ ਹੈ ਨਾ। ਤਾਂ ਹੀ ਉਹ ਤਾਂ ਕਹਿੰਦੇ ਨੇ ਕਿ ਕੋਆਪਰੇਟਿਵ ਫਾਰਮਿੰਗ ਵੱਲ ਆਓ, ਪਰ ਸਾਡੇ ਪੰਜਾਬ ਦੇ ਲੋਕਾਂ ਦੀ ਜੋ ਖੇਤੀਬਾੜੀ ਨਾਲ ਜੁੜੇ ਹੋਏ ਨੇ ਮਾਨਸਿਕਤਾ ਇਦਾਂ ਦੀ ਹੈ ਕਿ ਕੋਆਪਰੇਟਿਵ ਫਾਰਮਿੰਗ ਵੱਲ ਜਾਣਾ ਮੁਸ਼ਕਿਲ ਲੱਗਦਾ, ਕਿਉਂਕਿ ਇੱਕ ਤਾਂ ਜ਼ਮੀਨਾਂ ਦੇ ਝਗੜੇ, ਆਪਸ ਦੇ ਵਿੱਚ ਖਹਿਬਾਜ਼ੀ, ਵੱਟਾਂ ਹੀ ਨਹੀਂ ਮਾਣ, ਇੱਧਰੋਂ ਮੇਰੀ ਵੱਟ ਭੰਨਤੀ, ਇੱਧਰੋਂ ਤੇਰੀ ਵੱਟ ਭੰਨਤੀ। ਇਹ ਕਿਉਂਕਿ ਸੁਭਾਅ ਬਦਲਣੇ ਪੈਣਗੇ ਤਾਂ ਕੋਆਪਰੇਟਿਵ ਫਾਰਮਿੰਗ ਦੀ ਗੱਲ ਹੋ ਸਕਦੀ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਸਾਂਝਾ ਪਰਿਵਾਰ, ਜਿਵੇਂ ਪੁਰਾਣੇ ਜ਼ਮਾਨੇ 'ਚ ਹੁੰਦੇ ਸੀ ਜੁਆਇੰਟ ਫੈਮਿਲੀ, ਉਹ ਜੁਆਇੰਟ ਫੈਮਿਲੀ ਜਦੋਂ ਟੁੱਟ ਜਾ ਰਹੀ ਹੈ ਤੇ ਜਦੋਂ ਜੁਆਇੰਟ ਫੈਮਿਲੀ ਨਹੀਂ ਰਹੇਗੀ ਉਹ ਟੁੱਟ ਜਾਏਗੀ, ਤੇ ਫਿਰ ਇਹ ਕੋਆਪਰੇਟਿਵ ਫਾਰਮਿੰਗ ਵੀ, ਇਹ ਵੀ ਤਾਂ ਜੁਆਇੰਟ ਫੈਮਿਲੀ ਹੈ ਨਾ, ਇਹ ਵੀ ਟੁੱਟ ਜਾਂਦੀ ਹੈ। ਸੋ ਇਸ ਕਰਕੇ ਹੈਗੀਆਂ ਜਿਹੜੀਆਂ ਸਹਿਕਾਰੀ ਬੈਂਕਾਂ ਵੀ ਇਹਦੇ ਹੈਗੀਆਂ ਨੇ, ਪਰ ਇਹਦੇ 'ਚ ਇਹਨਾਂ ਨੇ ਪਹਿਲਾਂ ਇੱਕ ਵਾਰੀ ਸ਼ੁਰੂ ਹੋਇਆ ਸੀਗਾ, ਪਰ ਉਦੋਂ ਬਾਅਦ ਫਿਰ ਇਹਨਾਂ ਨੂੰ ਤੋੜਦੇ ਫਿਰ ਇਹ ਇਕੱਲੇ ਰਹਿ ਗਏ। ਇਸ ਕਰਕੇ ਰਹਿ ਗਏ, ਜਿੱਦਾਂ ਤੁਸੀਂ ਕਿਹਾ ਪੰਜਾਬੀਆਂ ਦੀ ਮਾਨਸਿਕਤਾ ਇਹੀ ਹੈ ਕਿ ਚਾਹੁੰਦੇ ਹੈਗੇ ਕਿ ਅਸੀਂ ਇਕੱਲੇ ਰਹੀਏ ਤੇ ਪਤਾ ਲੱਗੇ ਕਿਆ ਰਕਬਾ ਕਿਹਦਾ ਹੈਗਾ, ਆਹ ਜਿਹੜਾ ਖੇਤ ਹੈ ਕਿਹਦੇ ਹੈਗੇ, ਇਹ ਆਪਣਾ ਜਿਹੜਾ ਉੱਤੇ ਢੰਡੋਰਾ ਜ਼ਿਆਦਾ ਪਿੱਟਣਾ ਚਾਹੁੰਦੇ ਆ, ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦੇ। ਸਹਿਕਾਰਤਾ 'ਚ ਫਿਰ ਜੁਆਇੰਟ ਦੱਸਿਆ ਜਾਊਗਾ, ਜੁਆਇੰਟ ਜਿਹੜਾ ਖਾਤਾ ਜਿਹੜਾ ਹੈਗਾ ਉਹਦਾ ਹੈਗਾ, ਇਸ ਕਰਕੇ ਹੈ। ਪਰ ਇਹਨਾਂ ਨੇ ਵੀ ਹੁੰਦਾ ਨਾ ਵੀ ਜਦੋਂ ਮੰਨ ਲਓ ਇਹਨਾਂ ਬਾਹਰ ਮੁੰਡਾ ਭੇਜਣਾ ਜਾਂ ਬੇਟੀ ਦਾ ਮੈਰਿਜ ਆ ਜਾਂ ਮੁੰਡੇ ਦੀ ਮੈਰਿਜ ਆ, ਅਗਲੇ ਪੁੱਛਦੇ ਆ ਤੁਹਾਡੇ ਕਿੰਨੇ ਕਿੱਲੇ ਆ, ਤੁਹਾਡਾ ਕਿੰਨੀ ਏਕੜ ਆ, ਮੁੰਡੇ ਦੇ ਨਾਂ 'ਤੇ ਕਿੰਨਾ ਆਉਂਦਾ, ਕਿੰਨੀ ਪ੍ਰਾਪਰਟੀ ਹੈ ਨਾ, ਕਿੰਨੀ ਪੈਦਾਵਾਰ, ਕਿੰਨੇ ਟਰੈਕਟਰ ਤੁਹਾਡੇ ਕੋਲ, ਕਿੰਨੀਆਂ ਜੀਪਾਂ, ਕਿੰਨੇ ਮੋਟਰਸਾਈਕਲ, ਬੜਾ ਕੁਝ ਇਹ ਹੁੰਦਾ। ਇਸੇ ਕਰਕੇ ਵੀ ਹੁੰਦਾ ਕਿ ਆਪਣੇ ਆਪ ਨੂੰ ਇਹਨਾਂ ਨੇ ਦੱਸਣਾ ਹੁੰਦਾ ਕਿ ਸਾਡੀ ਬੈਲੈਂਸ ਜਿਹੜੀ ਬੈਂਕ ਬੈਲੈਂਸ ਆ ਹੈਗਾ, ਸਾਡੀ ਪ੍ਰਾਪਰਟੀ ਜਾਇਦਾਦ ਆ ਹੈਗੀ ਹੈ, ਸਾਡੇ ਬੱਚੇ ਇੱਥੇ ਗਏ, ਇੱਥੇ ਪੜ੍ਹਦੇ ਆ। ਇਹ ਹੁੰਦਾ ਵੱਡੇ ਘਰ ਵਾਲੇ ਲੋਕ ਨੇ ਤੇ ਵੱਡਿਆਂ ਘਰਾਂ ਦੇ ਕਾਕੇ ਨੇ ਜਿਹੜੇ ਸਾਰਾ ਕੁਝ ਕਰ ਰਹੇ ਆ ਤੇ ਖਾ ਰਹੇ ਆ। ਵੈਸੇ ਮੈਂ ਇੱਕ ਚੀਜ਼ ਦੇਖਦਾ, ਆਪਣੇ ਦਰਸ਼ਕਾਂ ਨਾਲ ਗੱਲ ਕਰਨਾ ਚਾਹੂੰਗਾ, ਬਲਕਾਰ ਜੀ ਨੂੰ ਕਿੰਨੀ ਡਿਟੇਲ ਪਤਾ ਹੈ ਨਾ, ਰਿਸ਼ਤੇਦਾਰੀਆਂ ਦੀ ਡਿਟੇਲ, ਪਿੰਡਾਂ ਦੀ ਡਿਟੇਲ, ਇੱਥੋਂ ਤੱਕ ਕਿ ਖਾਣੇ ਦੀ ਵੀ ਡਿਟੇਲ। ਮੈਂ ਥੋੜ੍ਹੀ ਦੇਰ ਪਹਿਲਾਂ ਕਹਿ ਰਹੇ ਸੀ, ਕਹਿੰਦੇ ਹਰ ਤੜਕੇ ਵਿੱਚ ਪਿਆਜ਼ ਵੀ ਪੈਂਦਾ, ਲਸਣ ਵੀ ਪੈਂਦਾ, ਧਨੀਆ ਵੀ ਪੈਂਦਾ। ਮੈਂ ਖੰਨਾ ਜੀ ਐਕਚੁਅਲੀ ਮੈਂ ਪੰਜਾਬ ਦੇ ਪਿੰਡ 'ਚ ਹੀ ਪੜ੍ਹਿਆ, ਬਾਅਦ 'ਚ ਸ਼ਹਿਰ 'ਚ ਆਇਆ, ਸ਼ਹਿਰ 'ਚ ਪੜ੍ਹੇ, ਫਿਰ ਨੌਕਰੀ ਇੱਥੇ ਕੀਤੀ। ਬੇਸਿਕ ਗੱਲਾਂ ਦਾ ਮੈਨੂੰ ਪਤਾ ਹੈਗਾ, ਮੈਨੂੰ ਵੱਟਾਂ ਦਾ, ਬੰਨਿਆਂ ਦਾ, ਖਾਲਾਂ ਦਾ, ਖੁਰਲੀਆਂ ਦਾ ਹੈ ਨਾ, ਪਿੰਡ ਦੀ ਸਾਰੀ ਜਿਹੜੀ ਦ੍ਰਿਸ਼, ਪਿੰਡ ਦੇ ਦ੍ਰਿਸ਼ ਦਾ ਹੈਗਾ, ਤੂਤਾਂ ਵਾਲੇ ਖੂਹ ਦਾ ਪਤਾ, ਬੀਰੀਆਂ ਵਾਲੇ ਖੂਹ ਦਾ ਪਤਾ ਹੈਗਾ, ਨਹਿਰਾਂ ਦੇ ਪੁਲਾਂ ਦਾ, ਦਰਿਆਂ ਦਾ, ਕਿ ਜਿਹੜੇ 'ਚ ਖਾਲ ਨੇ, ਮੋਗਿਆਂ ਦਾ ਪਤਾ, ਪਾਣੀ ਕਿਸ ਤਰ੍ਹਾਂ ਦੇ ਵਾਟਰ ਸੋਰਸ ਹੈਗੇ ਪਾਣੀ ਦੇ। ਮੈਂ ਆਪ ਖੁਦ ਕੰਮ ਕੀਤਾ, ਕਿੰਨੀਆਂ ਫਸਲਾਂ ਹੁੰਦੀਆਂ ਹੈ ਨਾ, ਸੌਣੀ ਕੀ ਹੈ, ਹਾੜੀ ਕੀ ਹੈਗੀ ਆ, ਬੰਗੂੜੀ ਕੀ ਹੈਗੀ ਆ ਹੈ ਨਾ, ਕਈ ਕੀ ਹੈਗੀ ਹੈ, ਬਰੰਬਾ ਕੀ ਹੈਗਾ, ਗੋਡੀ ਕੀ ਹੈਗੀ ਹੈ, ਇਹ ਸਾਰਾ ਕੁਝ ਆਈ ਨੋ। ਦੇਖੋ
ਵੱਟਾਂ ਦੇ ਥੱਲੇ ਇਹ ਵੀ ਦੱਸੋ ਹਾਂ ਕਿੰਨੀਆਂ ਵੱਟਾਂ ਨੇ ਪੂਰੇ ਪੰਜਾਬ ਦੇ ਵਿੱਚ, ਉਹ ਵੱਟਾਂ ਦੇ ਥੱਲੇ ਕਿੰਨੀ ਜ਼ਮੀਨ ਵੇਸਟ ਹੋਈ ਪਈ ਹੈ। ਇਹ ਵੀ ਇਕਨੋਮਿਕਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਕਿ ਉਹ ਖੇਤੀਬਾੜੀ ਦੀ ਜ਼ਮੀਨ ਹੈ। ਹਾਂ ਪਤਾ ਨਹੀਂ ਕਿੰਨੇ ਕਨਾਲ ਕਿੰਨੇ ਏਕੜ ਜ਼ਮੀਨ ਵੱਟਾਂ ਦੇ ਥੱਲੇ ਵੇਸਟ ਹੋ ਗਈ ਹੈ। ਇੱਕ ਪਿੰਡ ਦੀ ਜੂ ਹੁੰਦੀ ਹੈ, ਵੱਟਾਂ ਹੁੰਦੀਆਂ, ਪਏ ਹੁੰਦੇ ਆ ਹੈ ਨਾ, ਜਿਨ੍ਹਾਂ ਦੇ ਵਿੱਚ ਪਏ ਅੱਗੇ ਕੱਚੇ ਹੁੰਦੇ, ਹੁਣ ਤਾਂ ਪੱਕੇ ਹੋ ਗਿਆ, ਸਿੰਗਲ ਰੋਡ ਬਣ ਗਈਆਂ, ਪਿੰਡਾਂ ਦਾ ਦ੍ਰਿਸ਼ ਬਦਲ ਗਿਆ। ਪਰ ਜਿਹੜੇ ਵਿਰਾਸਤੀ ਪਿੰਡ ਆ, ਹੈਰੀਟੇਜ ਵਿਲੇਜ ਆ, ਉਹ ਸਿਰਫ ਵੇਖਣ ਵਾਲੇ ਪਿੰਡ ਹੁੰਦੇ ਸੀ, ਪਾਕਿਸਤਾਨ ਦੇ ਏਰੀਏ 'ਚ ਪਏ ਆ। ਪਰ ਉਹਦਾ ਇੱਕ ਨਮੂਨਾ ਅੰਮ੍ਰਿਤਸਰ ਦੀ ਯੂਨੀਵਰਸਿਟੀ ਦੇ ਬੈਕ ਤੇ ਸਾਡਾ ਪਿੰਡ ਬਣਾ ਦਿੱਤਾ ਉਹਨਾਂ ਨੇ, ਪੁਰਾਣੇ ਜ਼ਮਾਨੇ ਦਾ। ਪਰ ਹੁਣ ਬੜੀ ਲਾਈਫ ਫਾਸਟ, ਲੋਕ ਆ ਗਏ ਚਲੇ ਗਏ ਭੱਜ ਕੇ। ਪੁਰਾਣੇ ਜ਼ਮਾਨੇ 'ਚ ਨਾ ਜਿਹੜੇ ਪਿੰਡ ਹੁੰਦੇ ਸੀ, ਜਿਹੜੀ ਨਾਲੀ ਨਹੀਂ ਹੁੰਦੀ ਹਾਂ ਪਾਣੀ ਜਾਣ ਵਾਸਤੇ, ਵਾਲੀ, ਹਾਂ ਉਹ ਸਾਈਡਾਂ ਤੇ ਨਹੀਂ ਹੁੰਦੀ ਸੀ, ਵਿਚਕਾਰ ਹੁੰਦੀ ਸੀ ਗਲੀ ਦੇ, ਵਿਚਕਾਰ ਗਲੀ ਦੇ, ਇੱਕੋ ਹੀ ਨਾਲੀ ਹੁੰਦੀ ਸੀ। ਹੁਣ ਤਾਂ ਦੋ ਹੁੰਦੀਆਂ ਨੇ ਨਾ, ਖੱਬੇ ਪਾਸੇ ਸੱਜੇ ਪਾਸੇ, ਪਹਿਲਾਂ ਵਿਚਕਾਰ ਇੱਕੋ ਹੀ ਕਵਰ ਨਾਲੀ ਨਹੀਂ ਹੁੰਦੀ ਹੁੰਦੀਆਂ, ਸੀ। ਹੁਣ ਕਵਰ ਹੋ ਗਏ, ਹੁਣ ਇੱਟਾਂ ਲਾਤੀਆਂ। ਪਹਿਲਾਂ ਲੋਕ ਫਿਰ ਵੀ ਬਿਮਾਰ ਨਹੀਂ ਸੀ ਹੁੰਦੇ, ਨਰੋਏ ਹੁੰਦੇ ਸੀ, ਜੁੱਸੇ ਤਕੜੇ ਸੀ, ਖਾਣ ਪੀਣ ਅੱਛਾ ਸੀ। ਉਹ ਸਾਂਝੀ ਨਾਲੀ ਹੁੰਦੀ ਸੀ, ਸਾਰੇ ਬੌਕਰ ਮਾਰਦੇ ਸੀ। ਦੁੱਧ ਖੰਨਾ ਜੀ ਦੁੱਧ ਨਹੀਂ ਵੇਚਦਾ, ਕਹਿੰਦੇ ਦੁੱਧ ਵੇਚਿਆ ਅਜਿਹਾ ਜਿੱਦਾਂ ਪੁੱਤ ਵੇਚਿਆ ਹੈਗਾ, ਹੈ ਨਾ, ਦੁੱਧ ਸਾਂਝਾ ਆਉਂਦਾ ਸੀ। ਹੁਣ ਦਾਰੇ ਦੀ ਧਰਮਚੱਕ ਦੇ ਰਹਿਣ ਵਾਲੇ ਹੈਗੇ, ਤੇ ਵੇਖ ਲਓ ਇਹਨਾਂ ਦੇ ਲਈ ਸਾਰਾ ਪਿੰਡ ਖਾਲੀ, ਜਿੰਨਾ ਮਰਜ਼ੀ ਦੁੱਧ ਪੀਂਦੇ। ਔਰ ਵੇਖੋ ਕਿੰਨਾ ਤਕੜਾ ਕਰਕੇ ਮੁੰਡਾ ਪਿੰਡ ਨੇ ਪਾਲ ਕੇ ਭੇਜਿਆ। ਦਾਰਾ ਧਰਮਚੱਕੀ ਆ ਤੇ ਦਾਰਾ ਦੁਲਚੀਪੁਰੀ ਆ, ਖਡੂਰ ਸਾਹਿਬ ਦੇ ਨਾਲ ਇੱਕ ਪਿੰਡ ਹੈ, ਉਹ ਤਾਂ ਮੇਲੇ 'ਚ ਸਾਰਿਆਂ ਤੋਂ 2-2 ਗਿੱਠਾਂ ਉੱਚਾ ਸੀ, ਇੰਨੀ ਹਾਈਟ ਸੀ ਉਹਨਾਂ ਦੀ। ਔਰ ਘਰੋਂ ਠੀਕ ਠਾਕ ਸੀਗਾ, ਪਰ ਉੱਚਾ ਲੰਬਾ ਬਹੁਤ ਸੀਗਾ, ਕੁਲਦਾ ਸੀ। ਇਸ ਧਰਮਚੱਕੀ ਦਾਰਾ ਜੀ ਦਾ ਨਾਮ ਹੀ ਇਸੇ ਕਰਕੇ ਪਾਪੂਲਰ ਹੋ ਗਿਆ। ਇਹ ਮਾਝੇ ਦੇ ਲੋਕ ਸੀਗੇ, ਇਹਨਾਂ ਦਾ ਪਿੰਡ ਰਈਏ ਦੇ ਨਾਲ ਆ, ਉਹ ਖਡੂਰ ਸਾਹਿਬ ਸੀਗਾ, ਇਹ ਏਰੀਆ ਸੀਗਾ ਸਾਰਾ ਮਾਝੇ। ਸੋ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ ਯਾਦ ਆ ਗਈ ਅੱਜ ਕੱਲ੍ਹ। ਤੁਸੀਂ ਦਰਸ਼ਕਾਂ ਦਾ ਜਦੋਂ ਸਾਂਝ ਪਾਈ, ਮੈਂ ਕਿਹਾ ਥੋੜਾ ਜਿਹਾ ਮੈਂ ਵੀ ਅੱਜ ਕੱਲ੍ਹ ਸਭ ਕੁਝ ਮਾਡਰਨ ਹੋ ਗਿਆ। ਅੱਜ ਕੱਲ੍ਹ ਤੇ ਜੈਲਾ ਚੁੱਲਾ ਲਗਾ ਕੇ ਨਾ ਜੀਪਾਂ ਤੇ ਸਾਰੇ ਸਿਗਨਲ ਤੋੜਾਂਗੇ, ਜਿੱਥੇ ਜੀ ਆਏਗਾ ਗੱਡੀ ਮੋੜਾਂਗੇ। ਅੱਜ ਕੱਲ੍ਹ ਤੇ ਆ ਚੱਲਦਾ। ਬਿਲਕੁਲ। ਚਲੋ ਆਪਾਂ ਅੱਗੇ ਵਧੀਏ। ਸੋ ਕਿਸਾਨਾਂ ਦੇ ਕਰਜ਼ੇ ਦੇਖੋ ਮਾਲਿਕ ਕਰੇ, ਇਸ ਵੱਲ ਵੀ ਗਵਰਨਮੈਂਟ ਸੋਚੇ। ਸਹੀ ਗੱਲ। ਔਰ ਇਹਨਾਂ ਨੂੰ ਵੀ ਸੁੱਖ ਦਾ ਸਾਹ ਆਵੇ, ਇਹਨਾਂ ਦੀ ਵੀ ਜਾਨ 'ਚ ਜਾਨ ਆਵੇ। ਆਪਾਂ ਅੱਗੇ ਵਧਦੇ ਹਾਂ। ਜੋ ਵੀਸੀ ਸਾਹਿਬ ਡਾਕਟਰ ਰਾਜ ਬਹਾਦਰ ਜੀ, ਹਾਂ, ਫਰੀਦਕੋਟ ਮੈਡੀਕਲ ਯੂਨੀਵਰਸਿਟੀ, ਸਾਬਕਾ ਵੀਸੀ ਹੋ ਗਏ, ਹੁਣ ਤਾਂ ਸਾਬਕਾ ਹੋ ਗਏ, ਅਸਤੀਫਾ ਦਿੱਤਾ। ਹੁਣ ਉਹਨਾਂ ਨੂੰ ਸੀਐਮਓ ਦਫ਼ਤਰ ਦੇ ਵਿੱਚ ਨਿਯੁਕਤੀ ਮਿਲ ਸਕਦੀ ਹੈ। ਇਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਪਈਆਂ ਨੇ। ਸੀਐਮ ਦੇ ਜਿਹੜੇ ਆਫਿਸ ਨੇ, ਉਹਦੇ ਆਲੇ ਦੁਆਲੇ ਜਿਹੜੇ ਵਿਸ਼ਵਸਨੀय ਸੂਤਰ ਨੇ, ਉਹ ਇਦਾਂ ਦੀ ਰਿਪੋਰਟ ਦਿੰਦੇ ਪਏ ਨੇ। ਹਾਂ, ਇਹ ਸੂਤਰਾਂ ਦੇ ਭਰੋਸੇਯੋਗ ਸੂਤਰਾਂ ਨਾਲ ਹੀ ਖਬਰੀ ਆ। ਭਰੋਸੇਯੋਗ ਸੂਤਰ ਜਿਹੜਾ ਹੈ ਨਾ, ਉਹਦੇ 'ਚ ਇਹੀ ਗੱਲ ਆਈ ਕਿ ਇਹਦੇ 'ਚ ਭਗਵੰਤ ਮਾਨ ਜੀ ਖਫਾ ਵੀ ਹੋਏ ਇਸ ਗੱਲ 'ਤੇ, ਕਿਉਂਕਿ ਉਹ ਜ਼ਿੰਮੇਵਾਰ ਨੇ, ਮੁੱਖ ਮੰਤਰੀ ਨੇ ਪੰਜਾਬ ਦੇ। ਜਦੋਂ ਵੀ ਕੋਈ ਊਣਤਾਈ ਹੁੰਦੀ ਹੈ, ਜਦੋਂ ਵੀ ਕੋਈ ਗੱਲ ਉੱਡਦੀ ਆ, ਲੋਕਾਂ ਤੱਕ ਪਹੁੰਚਦੀ ਆ, ਤਾਂ ਉਹਨੂੰ ਜਵਾਬ ਦੇਣਾ ਬਣਦਾ ਪੈਂਦਾ, ਕਿਉਂਕਿ ਘਰ ਦੇ ਮਾਲਕ ਤਾਂ ਉਹੀ ਪੁੱਛਿਆ ਤਾਂ ਉਹਨਾਂ ਨੂੰ ਜਾਣਾ। ਔਰ ਇਹਦੇ 'ਚ ਇਹ ਇੱਕ ਐਸੀ ਚਰਚਾ ਬਣ ਗਈ ਕਿ ਬਾਹਰਲੇ ਦੇਸ਼ਾਂ 'ਚ ਵੀ ਚਲੇ ਗਈ। ਔਰ ਇੱਕ ਬੇਸਿਕਲੀ ਡਾਕਟਰ, ਦੂਸਰੀ ਲੋਕਾਂ ਦੀ ਸੇਵਾ ਕਰਨ ਵਾਲੇ, ਦੂਜੇ ਵਾਈਸ ਚਾਂਸਲਰ, ਉਹਨਾਂ 'ਤੇ ਜਿਹੜਾ ਇਹ ਲਗਾਮ ਕੱਸੀ ਗਈ ਆ, ਉਹਦਾ ਲੋਕਾਂ ਨੇ ਬੁਰਾ ਵੀ ਮਨਾਇਆ। ਕੁਝ ਲੋਕ ਇਹਦੇ 'ਤੇ ਫੇਵਰ 'ਚ ਵੀ ਆ, ਕੁਝ ਆਂਦੇ ਵੀ ਗਲਤ ਵੀ ਗੱਲਾਂ ਕਿਉਂ ਹੁੰਦੀਆਂ। ਜੇ ਇਹਨਾਂ ਨੂੰ ਮਾੜਾ ਜਿਹਾ ਲੰਮਾ ਪਾਇਆ ਤੇ ਇਹਨਾਂ ਦੀ ਚੀਕਾਂ ਨਿਕਲ ਗਈਆਂ, ਤਾਂ ਉਹ ਵੀ ਲੋਕ ਹੈਗੇ ਜਿਹੜੇ ਪੈ ਕੇ ਉੱਥੇ ਬਿਮਾਰੀ 'ਚ ਰਹਿੰਦੇ, ਗਰੀਬ ਰਹਿੰਦੇ ਰਹੇ। ਜੇ 5 ਮਿੰਟ ਉਹਨਾਂ ਨੇ ਲੰਮਾ ਪਾਤਾ, ਸਖਤੀ ਵਰਤਾਈ ਗਈ ਹੈ। ਇਹ ਲੋਕਾਂ ਦੇ ਵਿਚਾਰ ਆ, ਆਪਣੇ ਨਹੀਂ, ਇੰਡੀਵਿਜੂਅਲ ਨਹੀਂ, ਫੇਸਬੁੱਕ 'ਤੇ ਆ ਰਿਹਾ ਸਾਰਾ ਕੁਝ। ਦੂਜਾ ਇਹਨਾਂ ਨੇ ਕਹਿਤਾ ਕਿ ਭਗਵੰਤ ਮਾਨ ਨੇ, ਉਹਨਾਂ ਨੇ ਕਿਹਾ ਕਿ ਇੱਦਾਂ ਦਾ ਜਿਹੜਾ ਸੂਝਵਾਨ, ਇਹਨਾਂ ਦਾ ਇੰਟੈਲੈਕਚੁਅਲ ਪਰਸਨੈਲਿਟੀ ਨੂੰ ਅਸੀਂ ਨਹੀਂ ਗਵਾਵਾਂਗੇ, ਇਹਨੂੰ ਅਸੀਂ ਆਪਣੇ ਵਿਧਾਨ ਸਭਾ 'ਚ ਰੱਖਾਂਗੇ ਕੋਲ, ਔਰ ਦੱਸਣਗੇ। ਹੋ ਸਕਦਾ ਇਹਨਾਂ ਨੂੰ ਕਿਤੇ ਟਿਕਟ ਦੇ ਕੇ ਜਾਂ ਨੋਮੀਨੇਟ ਕਰਕੇ ਕੋਈ ਇੱਦਾਂ ਦਾ ਮਹਿਕਮਾ ਵੀ ਦੇ ਸਕਦੇ ਆ, ਕਿਉਂਕਿ ਪਰਸਨੈਲਿਟੀ ਹੈ ਇਹਨਾਂ ਦੀ, ਪਰਸਨੈਲਿਟੀ ਹੈ। ਪਰ ਇਹ ਜਿਹੜੇ ਲੋਕ ਕਹਿ ਰਹੇ ਨੇ ਨਾ ਕਿ ਮਰੀਜ਼ ਲੇਟਦੇ ਨੇ ਤੇ ਇਹਨਾਂ ਨੂੰ 5 ਮਿੰਟ 'ਚ ਚੀਕਾਂ ਨਿਕਲ ਗਈਆਂ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਜੋ ਉਹਨਾਂ ਦਾ ਸਟੇਟਸ ਹੈ, ਜੋ ਉਹਨਾਂ ਦੀ ਪੋਜੀਸ਼ਨ ਹੈ, ਉਸ ਨਾਤੇ ਸਾਡਾ ਸੰਵਿਧਾਨ ਭਾਰਤ ਦਾ ਇਹ ਹੱਕ ਹੀ ਨਹੀਂ ਦਿੰਦਾ ਕਿਸੇ ਨੂੰ ਵੀ ਕਿ ਉਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਵੇ, ਮਾੜਾ ਸਲੂਕ ਕੀਤਾ ਜਾਵੇ। ਇਹ ਤਾਂ ਹੈ, ਇਹ ਤਾਂ ਅਸੀਂ ਅੱਗੇ ਡਿਸਕਸ ਕਰ ਵੀ ਚੁੱਕੇ ਹਾਂ। ਔਰ ਅਗਲੀ ਗੱਲ ਇਹ ਹੈ ਕਿ ਜਿਹੜਾ ਇਦਾਂ ਦਾ ਇੰਟੈਲੈਕਚੁਅਲ ਬੰਦਾ, ਇਦਾਂ ਦਾ ਕਾਬਿਲ ਬੰਦਾ ਨਾ ਗਵਾਇਆ ਜਾਏ, ਬਿਲਕੁਲ ਸਹੀ ਸੋਚ ਹੈ। ਇਹ ਭਗਵੰਤ ਮਾਨ ਨੇ ਕਹਿਤਾ ਕਿ ਅਸੀਂ ਇਹਨੂੰ ਰੱਖਾਂਗੇ, ਔਰ ਉਹ ਸ਼ਾਇਦ ਮੰਨ ਵੀ ਰਹੇ ਆ। ਔਰ ਇਹਦੇ 'ਤੇ ਖਬਰਾਂ ਵੀ ਆ ਗਈਆਂ, ਕਿਉਂਕਿ ਚਰਚਾ ਹੋਈ ਹੋਗੀ। ਔਰ ਇਹਦੇ ਨਾਲ ਲੱਗਦੀ ਗੱਲ ਦੂਜੀ ਵੀ ਹੈ ਕਿ ਹੁਣ ਇੱਕ ਵਾਰੀ ਅਮਨ ਅਰੋੜਾ MLA ਨੇ, ਉਹਨਾਂ ਨੇ ਉੱਥੇ ਫਿਰ ਕੀਤਾ ਰੇਡ, ਸਮਝ ਲਓ, ਜਾਂ ਉਹਨਾਂ ਨੇ ਉੱਥੇ ਘੁੰਮ ਕੇ ਵੇਖਿਆ ਖਰੜ ਹਸਪੀਟਲ 'ਚ। ਉੱਥੇ ਜਿਹੜੇ ਉੱਥੋਂ ਦੇ CMO ਸੀਗੇ, ਜਿਹੜੇ ਉੱਥੇ ਡਾਕਟਰ ਸੀਗੇ, ਉਹ ਮੈਡਮ, ਉਹਨਾਂ ਨੇ ਜਦੋਂ ਵੇਖਿਆ ਉੱਥੇ ਉਹ ਹਾਲਤ ਮਾੜੀ ਸੀਗੀ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਆਹ ਤੁਸੀਂ ਕੀਤਾ ਨਹੀਂ ਗਾ, ਉਹ ਨਹੀਂ ਕੀਤਾ, ਫਲਾਂ ਨਹੀਂ ਕੀਤਾ, ਤੁਹਾਡੀ ਹੁਣ ਬਦਲੀ ਇੱਥੋਂ ਮਲੋਟ ਕਰ ਦਿੱਤੀ ਜਾਊਗੀ। ਜਦੋਂ ਉਹਨਾਂ ਨੂੰ ਕਹਿਤਾ, ਉਹਨਾਂ ਨੇ, ਇਹ ਉਹਨਾਂ ਦੀ ਭਰਜਾਈ ਹੈਗੀ ਆ ਜਿਹੜੇ ਆਪਣੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ, ਉਹਨਾਂ ਵੀ ਗੁੱਸਾ ਮਨਾ ਲਿਆ। ਉਹਨਾਂ ਨੇ ਫਿਰ ਹੁਣ ਆਪਣਾ ਰਿਜ਼ਾਈਨ ਜਾਂ ਪ੍ਰੀਮੈਚਿਓਰ, ਜਿਹੜੀ ਜਿਹਨੂੰ ਆਪਾਂ ਪਹਿਲੋਂ ਕਹਿੰਦੇ ਕਿ ਆਪਾਂ ਲਿਖ ਕੇ ਦੇ ਸਕਦੇ ਕਿ ਮੈਂ ਨੌਕਰੀ ਨਹੀਂ ਕਰਨੀ, ਹੁਣ ਉਹਨਾਂ ਨੇ ਉਹ ਲਿਖ ਕੇ ਦੇ ਦਿੱਤਾ। ਪਰ ਇਹ ਹੈ ਵਿਸ਼ਾ ਤਾਂ ਇੱਕ ਸੇਮ ਹੀ ਆ। ਦੇਖ ਲਓ, ਜਿੱਥੇ ਵੀ ਜਿੱਥੇ ਨੇਤਾ ਜਾ ਕੇ ਕਹਿੰਦੇ ਆ ਕਿ ਤੁਹਾਡੇ 'ਚ ਲਕੂਨਾ, ਤੁਸੀਂ ਆਹ ਕੰਮ ਨਹੀਂ ਕੀਤਾ, ਉੱਥੇ ਇਹਨਾਂ ਨੂੰ ਗੁੱਸਾ ਲੱਗ ਜਾਂਦਾ।
ਇਹ ਨਹੀਂ ਸੁਣਦੇ ਕਿ ਸਾਡੇ ਅੰਦਰ ਜਿਹੜੀ ਘਾਟ ਇਹਨੂੰ ਪੂਰਾ ਕਰੀਏ, ਕਿਉਂਕਿ ਇਹ ਦੇਸ਼ ਦੀ ਸੇਵਾ ਜਿਸ 'ਚ ਲੋਕ ਆਉਂਦੇ ਨੇ, ਇਹ 'ਚ ਕਿਸੇ ਦਾ ਰਿਸ਼ਤੇਦਾਰ ਤੇ ਜਾਂ ਹੁਣ ਐਮਐਲਏ ਦਾ ਤਾਂ ਭਰਾ ਜਾਂ ਭਰਜਾਈ ਤਾਂ ਨਹੀਂ ਆਉਂਦੀ, ਗੱਲ ਇਹ ਨਹੀਂ ਉਹ ਤਾਂ ਲੋਕ ਆਮ ਆਉਂਦੇ ਆ ਨਾ। ਕੋਨਾ ਤਾਂ ਹੈ, ਹਾਂ। ਪਰ ਗੱਲ ਇੱਥੇ ਸੀ ਕੰਡਕਟ, ਹਾਂ, ਗੱਲ ਕਰਨ ਦਾ ਤਰੀਕਾ, ਜੇ ਉਹ ਸਹੀ ਨਹੀਂ ਹੈ ਨਾ ਉਹ ਤਾਂ ਤਾਂ ਉਹ ਚੀਜ਼ ਕਿਸੇ ਨੂੰ ਵੀ ਬੁਰੀ ਲੱਗੇਗੀ। ਔਰ ਅਸੀਂ ਦੇਖ ਰਹੇ ਹਾਂ ਕਿ ਸਿਹਤ ਮੰਤਰੀ ਸਾਹਿਬ ਦਾ ਕੋਈ ਬਿਆਨ ਨਹੀਂ ਆ ਰਿਹਾ ਉਸ ਦਿਨ ਤੋਂ ਬਾਅਦ। ਜੋੜੇ ਮਾਜਰਾ ਸਾਹਿਬ ਚੁੱਪ ਨੇ, ਜੋ ਕਰਨਾ ਸੀ ਕਰਨ ਤੋਂ ਬਾਅਦ ਹੁਣ ਲੋਕੀ ਬੋਲ ਰਹੇ ਨੇ, ਉਹ ਆਪ ਚੁੱਪ ਬੈਠੇ ਨੇ। ਨਾਲ ਇਹਦੇ ਨਾਲ ਇੱਕ ਗੱਲ ਹੈਗੀ ਹੈ, ਇਹਦੇ ਨਾਲ ਬਾਕੀ ਡਿਪਾਰਟਮੈਂਟ ਚੁਕੰਨੇ ਤਾਂ ਹੋ ਗਏ, ਜੋ ਵੀ ਹੋ ਗਏ ਨੇ। ਅਸਲ 'ਚ ਸਖਤਾਈ ਜਿੱਥੇ ਹੈਗੀ ਹੈ ਨਾ, ਜਿੱਥੇ ਥੋੜਾ ਬਹੁਤ ਗੱਲ ਜ਼ੋਰ ਨਾਲ ਹੁੰਦੀ ਹੈ ਉੱਥੇ ਹੀ ਹੈ, ਨਹੀਂ ਤੇ ਇਹ ਸੌਂ ਜਾਂਦੇ ਆ। ਤੁਸੀਂ ਆਪ ਖੁਦ ਜਾ ਕੇ ਵੇਖੋ ਅੱਜ ਸਰਕਾਰੀ ਹਸਪਤਾਲਾਂ 'ਚ, ਤੁਸੀਂ ਆਪ ਖੁਦ ਜਾ ਕੇ ਜਾਓ। ਇਹ ਤਾਂ ਯੂਨੀਵਰਸਿਟੀ ਆ, ਜਿਹੜੇ ਇਸ ਵੇਲੇ ਸਰਕਾਰੀ ਹਸਪੀਟਲ ਆ, 75 ਹਸਪੀਟਲ ਹੋਰ ਬਣਾ ਰਹੇ ਆ। ਤੁਸੀਂ ਉਹਨਾਂ ਦੀ ਦਸ਼ਾ ਤੇ ਦੇਖੋ ਕੀ ਹਾਲ ਹੈਗੀ। ਉਹਨਾਂ ਲੋਕਾਂ ਨੂੰ ਤਾਂ ਪੁੱਛੋ। ਆਪਾਂ ਇੱਥੇ ਬੈਠ ਕੇ ਜਦੋਂ ਮੀਡੀਆ ਤੇ ਗੱਲ ਕਰਦੇ ਆ, ਪ੍ਰੈਕਟੀਕਲੀ ਤੌਰ ਤੇ ਦੇਖੋ, ਤੁਹਾਨੂੰ ਗੁੱਸਾ ਆਊਗਾ। ਔਰ ਇਹ ਆਊਗਾ, ਉਹ ਗੁੱਸੇ ਵਾਲੀ ਗੱਲ ਹੈ। ਲੋਕ ਰੋ ਰਹੇ ਉੱਥੇ। ਹੁਣ ਇਹ ਜਿਹੜੀ ਖਰੜ ਦੀ ਗੱਲ ਆ, ਉਹਦੇ 'ਚ ਨਾ ਤਾਂ ਪੱਖੇ ਲੱਗੇ ਉੱਥੇ, ਨਾ ਪੀਣ ਲਈ ਪਾਣੀ ਹੈਗਾ। ਜਿੱਥੇ ਲੋਕ ਬੈਠੇ ਆ, ਹੁਣ ਕਿੱਥੋਂ ਪਾਣੀ ਲੈਣਗੇ ਜਿਹੜੇ ਵਿਚਾਰੇ ਪੇਰੈਂਟਸ ਆਏ। ਦੇਖੋ ਮੇਰੀ ਗੱਲ ਹੈ, ਇੱਕ ਗੱਲ ਬਿਲਕੁਲ ਠੀਕ ਹੈ। ਹਾਂ, ਹਸਪਤਾਲ ਦਾ ਬੁਰਾ ਹਾਲ ਹੈ, ਫੈਸਿਲਿਟੀ ਨਹੀਂ, ਓਕੇ। ਹੁਣ ਜਿਹੜਾ ਹਸਪਤਾਲ ਦਾ ਚੀਫ ਹੈ, ਹੈਡ ਹੈ, ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਕੋਈ ਵਿਧਾਇਕ ਜਾਏਗਾ ਤੇ ਉਹਨੂੰ ਟਾਈ ਤੋਂ ਫੜ ਕੇ ਬਾਹਰ ਲੈ ਕੇ ਆ ਜਾਏਗਾ ਕਿ ਆ ਕੇ ਦੇਖ ਜੀ ਆ ਕੀ ਹੈ। ਇਹ ਤਾਂ ਪੁਲਿਸ ਵਾਲਾ ਕੰਮ ਆ। ਇਹ ਕੋਈ ਕੰਮ ਥੋੜਾ ਕਿ ਤੁਸੀਂ ਆ ਕੇ ਜੀ ਗੱਦੇ ਤੇ ਲੇਟੋ। ਇਹ ਕੋਈ ਕੰਮ ਨਹੀਂ ਹੈ। ਇੱਕ ਕੰਡਕਟ ਤਰੀਕੇ ਨਾਲ ਕਰੇ ਤਾਂ ਠੀਕ ਹੈ, ਇੱਕ ਤਰੀਕਾ ਹੈ ਗੱਲ ਕਰਨ ਦਾ। ਤੁਸੀਂ ਉਹਨਾਂ ਨੂੰ ਨੋਟਿਸ ਦਿਓ, ਸਸਪੈਂਡ ਕਰ ਦਿਓ, ਬਟ ਆ ਨਹੀਂ। ਔਰ ਇਦਾਂ ਨਹੀਂ ਕਿ ਤੁਸੀਂ ਕਿਸੇ ਵੱਡੇ ਬੰਦੇ ਨੂੰ ਜਾ ਕੇ ਤੁਸੀਂ ਇਸ ਤਰ੍ਹਾਂ ਦੇ ਸਲੂਕ ਕਰੋਗੇ ਤਾਂ ਸੀਐਮ ਖੁਦ ਭਗਵੰਤ ਮਾਨ ਮਾਫੀ ਮੰਗਦੇ ਪਏ ਨੇ, ਜੋੜੇ ਮਾਜਰਾ ਚੁੱਪ ਨੇ, ਉਹ ਨਹੀਂ ਕੁਝ ਕਹਿ ਰਹੇ। ਹਾਂ, ਨਹੀਂ ਉਹ ਫਿਰ ਗਲਤ ਆ ਨਾ, ਉਹਨੇ ਤਾਂ ਮਾਫੀ ਮੰਗਣੀ ਕਿ ਉਹਨੇ ਤਾਂ ਮੰਗ ਲਈ ਆ। ਉਹਨਾਂ ਤਾਂ ਕਹਿਤਾ ਵੀ ਜਿਹੜਾ ਹੁਣ ਹੋ ਗਿਆ ਗਲਤ ਹੋ ਗਈ ਗੱਲ, ਪਰ ਉਦੋਂ ਬਾਅਦ ਲੋਕਾਂ ਨੂੰ ਜਵਾਬ ਦੇ ਮੁੱਖ ਮੰਤਰੀ ਆ। ਮੁੱਖ ਮੰਤਰੀ ਅਨਸੇਬਲ ਆ ਲੋਕਾਂ ਲਈ ਕਹਿ ਰਿਹਾ। ਹੁਣ ਉਹਨੇ ਇਹ ਕਹਿਤਾ ਵੀ ਇਹ ਹਮਦਰਦੀ ਉਹਨੇ ਖੱਟ ਲਈ ਹੈ ਕਿ ਇਹਨਾਂ ਨੂੰ ਮੈਂ ਜਾਣ ਨਹੀਂ ਦਊਂਗਾ, ਇਹਨਾਂ ਨੂੰ ਉਸੇ ਤਰ੍ਹਾਂ ਦੀ ਉਪਾਧੀ ਦਊਂਗਾ। ਹੁਣ ਇਹ ਐਕਸੈਪਟ ਕਰਦੇ ਆ ਜਾਂ ਨਹੀਂ ਕਰਦੇ, ਕਿਉਂਕਿ ਇਹਦੇ ਵਿੱਚ ਇਹਨਾਂ ਦੀ ਰਿਟਾਇਰਮੈਂਟ ਦੇ ਨੇੜੇ ਪਹੁੰਚੇ ਸੀ। ਤਾਂ ਫਿਰ ਸੀਐਮ ਸਾਹਿਬ ਨੂੰ ਇਹ ਵੀ ਕਹਿਣਾ ਚਾਹੀਦਾ, ਜੋੜੇ ਮਾਜਰਾ ਜੀ ਨੂੰ, ਸਿਹਤ ਮੰਤਰੀ ਸਾਹਿਬ ਨੂੰ, ਕਿ ਤੁਸੀਂ ਵੀ ਮਾਫੀ ਮੰਗ ਲਵੋ ਵੀਸੀ ਸਾਹਿਬ ਕੋਲੋਂ। ਤੁਸੀਂ ਕਹੋ ਕਿ ਤੁਹਾਨੂੰ ਨਹੀਂ ਅਸੀਂ ਜਾਣ ਦੇਣਾ, ਗਲਤੀ ਹੋ ਗਈ ਬਜ਼ੁਰਗੋ ਸਾਡੇ ਕੋਲੋਂ। ਵੈਸੇ ਇੱਕ ਗੱਲ ਹੈਗੀ, ਜੇ ਵੀਡੀਓ ਗਏ ਹੈ ਤਾਂ ਸ਼ਰਮਨਾਕ ਗੱਲ ਹੈ। ਤੁਸੀਂ ਦੇਖੋ, ਇਹ ਹਸਪੀਟਲ ਹੈ, ਯੂਨੀਵਰਸਿਟੀ ਹੈ, ਬਾਬਾ ਫਰੀਦ ਜੀ ਦੇ ਨਾਂ ਤੇ ਯੂਨੀਵਰਸਿਟੀ ਹੈ ਨਾ, ਉਹਦੇ ਵਿੱਚ ਜੇ ਤੁਸੀਂ ਇਹ ਬੈੱਡ ਤੁਸੀਂ ਇਦਾਂ ਦੇ ਵੇਖੋਗੇ ਕਿ ਕੌਣ ਜ਼ਿੰਮੇਵਾਰ ਇੱਥੇ ਹੈਗਾ। ਗੱਲ ਤਾਂ ਇਹੀ ਹੈ ਨਾ। ਆਪਾਂ ਇਹ ਤਾਂ ਕਹਿੰਦੇ ਆ ਕਿ ਉਹਨਾਂ ਨੇ ਗਲਤੀ ਕੀਤੀ ਹੈ, ਪਰ ਇਹ ਆਪ ਕਿ ਜਦੋਂ ਘੁੰਮਦੇ ਸੀ ਵਾਈਸ ਚਾਂਸਲਰ, ਕਦੀ ਸੀ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਬੈੱਡ ਇਦਾਂ ਦੇ ਹੈਗੇ, ਇੱਥੇ ਸੌਂਦਾ ਕੌਣ ਹੈਗਾ। ਕੰਡਕਟ ਹੈ ਨਾ, ਇਹ ਹੈ। ਜੇ ਉਹਨੇ ਸਖਤੀ ਵਰਤੀ ਤਾਂ ਥੋੜੀ ਜਿਹੀ ਜ਼ਿਆਦਾ ਵਾ, ਪਰ ਜੋ ਬੇਸਿਕ ਗੱਲ ਆ ਉਹ ਗਲਤ ਹੈਗੀ। ਇਹਦੇ ਨਾਲ ਜੇ ਉੱਥੇ ਲੋਕ ਠੀਕ ਹੋਣ ਜਾਣਗੇ ਕਿ ਬਿਮਾਰ ਹੋਣਗੇ। ਤੁਸੀਂ ਉੱਲੀ ਭਰੇ ਔਰ ਗੰਦੇ ਗੱਦੇ ਤੇ ਪਾਓਗੇ, ਤੁਹਾਨੂੰ 36 ਤਰ੍ਹਾਂ ਦੀ ਬਿਮਾਰੀਆਂ ਲੱਗਣਗੀਆਂ ਕਿ ਤੁਸੀਂ ਤੰਦਰੁਸਤ ਰਹੋਗੇ। ਇਹ ਬੇਸਿਕ ਗੱਲ ਆ। ਜਿੱਥੇ ਲੋਕ ਇਸ ਵੇਲੇ ਗੱਲ ਕਹਿ ਰਹੇ ਆ ਫੇਸਬੁੱਕ ਤੇ, ਤੁਸੀਂ ਜਾ ਕੇ ਵੇਖੋ ਕੀ ਲੋਕ ਕਹਿ ਰਹੇ ਆ। ਫਿਰ ਲੋਕਾਂ ਦੀ ਗੱਲ ਮੰਨਣੀ ਪਊਗੀ ਨਾ ਕਿ ਲੋਕ ਤੰਗ ਸੀ ਇਸ ਗੱਲੋਂ। ਔਰ ਉਹਦੇ ਵਿੱਚ ਨਰਸ ਨੇ ਕਿਹਾ, ਇੱਕ ਉੱਥੇ ਜਿਹੜੀ ਕੰਡਕਟਕਾਰੀ ਨਰਸ ਨੇ ਕਿਹਾ ਕਿ ਅਸੀਂ ਬਹੁਤ ਵਾਰੀ ਲਿਖ ਕੇ ਦਿੱਤਾ, ਅਸੀਂ ਇਹਦੇ ਵਿੱਚ ਵੀ ਸਾਨੂੰ ਗੱਦੇ ਦੇ ਬਦਲੇ ਜਾਣ, ਸਾਡੇ ਪੱਖੇ ਲਾਏ ਜਾਣ, ਫਲਾਣਾ ਕੀਤਾ ਜਾਵੇ। ਹੁਣ ਉਦੋਂ ਬਾਅਦ ਤਾਂ ਹੁਣ ਗੱਲ ਕਰ ਰਹੇ ਆ, ਉਦੋਂ ਪਹਿਲੋਂ ਫੇਸਬੁੱਕ ਤੇ ਕੋਈ ਆਇਆ ਹੀ ਨਹੀਂ ਜਦੋਂ। ਓਕੇ, ਇਹ ਤਾਂ ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਗੱਲ ਹੈ। ਬਸ ਇੱਕ ਬਜ਼ੁਰਗ ਵੀਸੀ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕਰਨਾ ਚਾਹੀਦਾ। ਇਹਦੇ 'ਚ ਆ ਜਿਹੜੀ ਗੱਲਾਂ ਆਪਾਂ ਕਰ ਰਹੇ ਹਾਂ, ਇਹਦੇ 'ਚ ਕੌਣ ਆਉਂਦਾ? ਮਾੜੇ ਮੋਟੇ ਗਰੀਬ ਹੀ ਆਉਂਦੇ ਵਿਚਾਰੇ, ਉਹ ਤਾਂ ਗੱਲ ਹੀ ਨਹੀਂ ਕਰਦੇ, ਨਾ ਉਹਨਾਂ ਦੀ ਕਿਸੇ ਸੁਣਨੀ ਹੈ। ਦੋਵੇਂ ਪੱਖਾਂ ਨੂੰ ਨਜਿੱਠਣਾ ਚਾਹੀਦਾ ਆਪਾਂ ਨੂੰ। ਉਹੀ ਹੈ। ਹੁਣ ਅੱਗੇ ਚੱਲਦੇ ਹਾਂ, ਕਿਉਂਕਿ ਕਾਫੀ ਵਾਰ ਇਹਨਾਂ ਨੂੰ ਡਿਸਕਸ ਕਰ ਚੁੱਕੇ ਹਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਾਂ। ਇਹ ਸਿੱਟਾ ਨਿਕਲ ਗਿਆ ਦਾ, ਹੁਣ ਆ ਗਿਆ ਕੰਮ ਬਸ ਅੱਗੇ ਤੇ ਹੁਣ ਵਧੀਏ। ਅੱਗੇ ਵਧਣ ਦੀ ਗੱਲ ਇਹ ਆ ਕਿ ਜੋ ਧਾਰਮਿਕ ਥਾਵਾਂ ਨੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਨੇ, ਉਹਨਾਂ ਦੇ ਉੱਤੇ GST ਲਗਾ ਦਿੱਤਾ ਗਿਆ। ਸੋ ਕੇਂਦਰ ਦੇ ਫੈਸਲੇ ਦਾ ਸਾਰੀਆਂ ਸੰਗਤਾਂ ਵੱਲੋਂ ਵਿਰੋਧ ਤਾਂ ਕੀਤਾ ਜਾ ਰਿਹਾ ਵੀ ਇਹ ਕੀ ਚੀਜ਼ ਬਣੀ। ਕਮ ਸੇ ਕਮ ਦਰਬਾਰ ਸਾਹਿਬ ਦੀਆਂ ਜਿਹੜੀਆਂ ਸਰਾਵਾਂ ਨੇ ਉਹਨਾਂ ਨੂੰ ਤੇ ਠੀਕ ਹੈ ਇਸ GST ਤੋਂ ਬਾਹਰ ਰੱਖਣਾ ਚਾਹੀਦਾ। ਔਰ ਮਾਨ ਸਾਹਿਬ ਨੇ ਕਿਹਾ ਕਿ ਹੁਣ ਤੇ ਬਸ ਸਾਡੇ ਸਾਹ ਜਿਹੜੇ ਆਉਂਦੇ ਨੇ ਨਾ, ਆਉਂਦੇ ਜਾਂਦੇ ਸਾਹ ਨੇ, ਇਹਨਾਂ ਉੱਤੇ GST ਲੱਗਣਾ ਬਾਕੀ ਰਹਿ ਗਿਆ, ਬਾਕੀ ਸਭ ਜਗ੍ਹਾ GST ਲੱਗ ਗਿਆ। ਹੁਣ ਇਸ ਕਮੇਟੀ ਦੇ ਵਿੱਚ ਆਇਰਨੀ ਹੈ, ਤੰਜ਼ ਹੈ, ਚੋਟ ਆ, ਹੈ ਨਾ। ਇਹ 'ਚ ਹੈ ਕਿ ਇੱਕ ਤੌਰ ਦਾ ਇਹ ਤਾਂ ਵਿਅੰਗ ਵੀ ਹੈਗਾ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਧਾਰਮਿਕ ਸਥਾਨਾਂ 'ਤੇ ਕੰਮ ਕਰ ਦਿੱਤਾ ਨਾ, ਇਹਦਾ ਮਤਲਬ ਬਾਕੀ ਰਹਿ ਗਏ ਸਾਹ, ਤੇ ਸਾਹ 'ਤੇ ਵੀ ਲਾ ਦਿਓ। ਇਹ ਹੈਗਾ ਕਿ ਇਹਦੇ 'ਚ ਜਿਹੜੇ ਯਾਤਰੂ ਆਉਂਦੇ ਨਾ, ਹਾਂਜੀ, ਸ਼੍ਰੋਮਣੀ ਅਕਾਲੀ ਦਲ ਕਮੇਟੀ ਜਿਹੜੀ ਉਹ ਅੰਮ੍ਰਿਤਸਰ 'ਚ ਆ, ਉਹ ਯਾਤਰੂਆਂ ਨੂੰ ਜਿਹੜੀਆਂ 3 ਸਰਾਵਾਂ ਹੈਗੀਆਂ ਦਰਬਾਰ ਸਾਹਿਬ ਦੇ ਪਿੱਛੇ, ਲੰਗਰ ਹਾਲ ਜਿਹੜਾ ਨਾ ਉਹਦੇ ਨਾਲ ਆ, ਔਰ ਉਹਦੇ 'ਚ ਜਿਹੜੇ ਯਾਤਰੂ ਆਉਂਦੇ ਪਹਿਲਾਂ ਬੁਕਿੰਗ ਕਰਵਾ ਲੈਂਦੇ ਕਮਰਿਆਂ ਦੀ। ਪਾਕਿਸਤਾਨ ਤੋਂ ਲੋਕ ਆਉਂਦੇ, ਉਹਨਾਂ ਨੂੰ ਮਿਲਦੇ ਆ, ਬਾਹਰਲੇ ਦੇਸ਼ਾਂ 'ਚੋਂ ਆਉਂਦੇ ਆ। ਇੱਕ ਪਾਰਕ, ਇੱਕ ਜਿਹੜੀ ਸਰਾਵਾਂ NRI ਲਈ ਹੈ ਸਪੈਸ਼ਲ, ਜਿਹੜੇ ਉੱਥੋਂ ਜਿਹੜੇ ਅਮਰੀਕਾ ਬੈਠੇ ਨੇ ਜਾਂ ਇੰਗਲੈਂਡ ਬੈਠੇ, ਉੱਥੋਂ ਹੀ ਕੰਟੈਕਟ ਕਰਕੇ ਐਪ 'ਤੇ ਪਾ ਦਿੰਦੇ ਆ, ਤਾਂ ਉਹਨਾਂ ਦੇ ਕਮਰੇ ਬੁੱਕ ਹੋ ਜਾਂਦੇ ਆ। ਮੰਨ ਲਓ ਉਹਨਾਂ ਨੇ ਰਾਤ ਰਹਿਣਾ,
ਸਵੇਰੇ ਦਰਬਾਰ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ, ਤਾਂ ਉਹ ਵੇਖਣਾ ਚਾਹੁੰਦੇ ਆ ਤੇ ਸਵੇਰੇ 4 ਵਜੇ ਉੱਠ ਕੇ ਜਾਣਾ ਚਾਹੁੰਦੇ ਆ। ਔਰ ਉਹਨਾਂ ਕੋਲ ਨੋਮੀਨਲ ਜਾਂ ਚਾਰਜ ਲੈਂਦੇ ਸੀ, ਜ਼ਿਆਦਾ ਨਹੀਂ ਸੀਗਾ। ਹੁਣ ਜਦੋਂ ਇਹਨਾਂ ਨੇ ਆਹ ਲਾਤਾ GST, ਹੁਣ ਉਹਨਾਂ ਦਾ ਕਿਹਨਾਂ ਕੋ ਜਾਣਾ ਪੈਸਾ? ਯਾਤਰੂਆਂ ਕੋ ਪੈਸੇ ਲੈ ਜਾਣਗੇ ਜਿਨ੍ਹਾਂ ਨੇ ਕਮਰਾ ਲਿਆ, ਸਰਾਂ ਦਾ ਕਮਰਾ ਬੁੱਕ ਕਰਵਾਇਆ। ਹੁਣ ਸਿੱਧੇ ਤੌਰ ਤੇ ਕੌਣ ਆ ਗਿਆ ਉਹਦੇ 'ਚ? ਇਹਦੇ ਵਿੱਚ ਕੌਣ ਨੁਕਸਾਨ ਆ ਗਿਆ? ਜਿਹੜਾ ਯਾਤਰੂ ਆ, ਜਿਹੜਾ ਸ਼ਰਧਾਲੂ, ਉਹਦੇ 'ਚ ਕੁਛ ਇੱਕ ਥਾਵਾਂ ਦੇ ਉੱਤੇ ਨਾ ਬੜੀਆਂ ਵਧੀਆ ਫੈਸਿਲਿਟੀਆਂ ਨੇ ਸਰਾਵਾਂ ਦੇ ਵਿੱਚ, ਏਸੀਜ਼ ਲੱਗੇ ਹੋਏ ਨੇ। ਸੋ ਗੱਲ ਕੀਤੀ ਜਾਂਦੀ ਹੈ, ਇੱਕ ਪੁਆਇੰਟ ਇਹ ਵੀ ਆਉਂਦਾ ਕਿ ਜੇ ਇੰਨੀਆਂ ਸਹੂਲਤਾਂ ਨੇ, 1400 1500 ਜਾਂ 1200 ਜਾਂ 1000 ਦਾ ਕਮਰਾ ਹੈ ਤੇ ਉਹਦੇ ਤੇ 100 ਰੁਪਏ GST ਦੇਣਾ ਪੈ ਗਿਆ, ਫਿਰ ਕੀ ਹੋ ਗਿਆ? ਲੋਕ ਉਹ ਵੀ ਦੇ ਸਕਦੇ ਨੇ, ਓਕੇ ਦੇਣਗੇ ਤੇ ਠੀਕ ਹੈ। ਫਿਰ ਇਹ ਹੈ ਕਿ ਜੇ ਇਹ ਚੱਲ ਪਿਆ ਤੇ ਫਿਰ ਹੋਰ ਥਾਂ ਦੇ ਉੱਤੇ ਵੀ ਇਹ ਕੰਮ ਵੱਧ ਸਕਦਾ, ਕਿਤੇ ਹੋਰ ਵੀ GST ਲੱਗ ਸਕਦਾ। ਹੁਣ ਗੱਲ ਇਹ ਹੈ ਕਿ ਜਿਹੜਾ ਇਸ GST ਤੋਂ ਕਲੈਕਸ਼ਨ ਹੋਏਗੀ, ਉਹ ਪੈਸਾ ਜਿਹੜਾ ਸਰਕਾਰ ਦੀ ਤਿਜੋਰੀ 'ਚ ਜਾਣਾ ਹੈ, ਸਰਕਾਰ ਦੇ ਖਜ਼ਾਨੇ 'ਚ ਜਾਣਾ ਹੈ, ਉਹਦੀ ਵਰਤੋਂ ਕਿੱਥੇ ਹੋਣੀ ਹੈ? ਕਈ ਲੋਕ ਇਸ ਗੱਲ ਦੀ ਡਿਮਾਂਡ ਕਰ ਰਹੇ ਨੇ ਕਿ ਜੇ GST ਲੈਣਾ ਹੈ ਤਾਂ ਉਹ ਫਿਰ ਪਾਰਦਰਸ਼ੀ ਰੱਖਿਆ ਜਾਵੇ ਕਿ ਉਹ ਪੈਸਾ ਜਿਹੜਾ ਸ਼੍ਰੀ ਦਰਬਾਰ ਸਾਹਿਬ ਤੋਂ ਆਇਆ ਹੈ ਜਾਂ ਹੋਰ ਥਾਵਾਂ ਤੋਂ GST ਲੱਗ ਕੇ ਆਇਆ, ਉਹ ਪੈਸਾ ਇੱਕ ਸਪੈਸ਼ਲ ਹੈਡ 'ਚ ਰੱਖਿਆ ਜਾਵੇ। ਗਵਰਨਮੈਂਟ ਦਾ ਨਵਾਂ ਹੈਡ ਬਣਨਾ ਚਾਹੀਦਾ, ਉਹਦੇ 'ਚ ਨਵਾਂ ਪੈਸਾ, ਔਰ ਉਸ ਪੈਸੇ ਨੂੰ ਦਰਬਾਰ ਸਾਹਿਬ ਦੇ ਵੱਲ ਜਿਹੜੀਆਂ ਸੜਕਾਂ ਆਉਂਦੀਆਂ ਨੇ ਉਹਨੂੰ ਠੀਕ ਕਰਨ ਲਈ, ਜਾਂ ਅੰਮ੍ਰਿਤਸਰ ਦੇ ਵਿਕਾਸ ਲਈ, ਜਾਂ ਜਿੱਥੇ ਜਿੱਥੇ ਵੀ ਟੈਕਸਿਸ ਲਗਾਏ ਜਾ ਰਹੇ ਨੇ ਉਸ ਏਰੀਆ ਦੇ ਵਿਕਾਸ ਦੇ ਲਈ ਖਰਚਿਆ ਜਾਵੇ। ਔਰ ਇਹ ਬਿਲਕੁਲ ਕਲੀਅਰ ਕੀਤਾ ਜਾਵੇ ਕਿ ਇਹ ਉਹਨਾਂ ਥਾਵਾਂ ਦੇ ਉੱਤੇ ਹੀ ਖਰਚਿਆ ਜਾ ਰਿਹਾ ਜਿੱਥੋਂ GST ਆ ਰਿਹਾ। ਕਈ ਲੋਕ ਇਸ ਚੀਜ਼ ਦੀ ਡਿਮਾਂਡ ਕਰ ਰਹੇ ਨੇ। ਇਹ ਹੁਣ ਅੱਗੇ ਤਾਂ ਇਹ ਪਤਾ ਨਹੀਂ ਵੀ ਇਹਨਾਂ ਨੇ ਪੈਸਾ ਕੀ ਕਰਨਾ, ਕੁਛ ਨਹੀਂ, ਪਰ ਇਮੀਡੀਏਟ ਜਿਹੜਾ ਨੁਕਸਾਨ ਆ ਜਾਂ ਜਿਹੜਾ ਉਹਨਾਂ 'ਤੇ ਖਰਚੇ ਦਾ ਭਾਰ ਹੈ ਸ਼ਰਧਾਲੂਆਂ ਦੇ ਪਿਆ। ਔਰ ਇਸ ਕਰਕੇ ਲੋਕਾਂ ਨੇ ਇਹਦਾ ਗੁੱਸਾ ਮਨਾਇਆ ਕਿ ਇਹ ਜੇ ਧਾਰਮਿਕ ਜਿਹੜੇ ਸਥਾਨ ਨੇ ਉਹਨਾਂ ਨੂੰ ਨਹੀਂ ਬਖਸ਼ਦੇ, ਤੇ ਬਾਕੀ ਜਿਹੜਾ ਕਿੰਨੇ ਸਫੀਰ ਆ, ਕਿੰਨਾ ਵੱਡਾ ਖੇਤਰ ਆ, ਕਿੱਥੇ ਨਹੀਂ GST, ਕਈ ਥਾਈਂ ਨਹੀਂ ਲੱਗੀ GST। ਕਾਰਪੋਰੇਟ ਘਰਾਣਿਆਂ ਦੇ ਜਿਹੜੇ ਇੰਨੇ ਮਾਮਲੇ ਆ, ਜਿਹੜੇ ਇੰਨਾ ਉਹਨਾਂ ਦਾ ਕੰਮ ਚੱਲ ਰਿਹਾ, ਇੰਨੇ ਬਿਜ਼ਨਸ ਆ, ਉਧਰ GST ਕਿਉਂ ਨਹੀਂ ਲੱਗ ਰਹੀ? ਉਹ ਉਹਨਾਂ ਨੇ ਇਹ ਕੱਢ ਕੇ ਲਿਆਂਦਾ ਪਲੰਦਾ, ਉਹਦੇ ਵਿੱਚ ਦੱਸਣਗੇ ਕਿ ਸਾਰਾ ਕੁਝ ਕੀ ਹੈਗਾ। ਵੀ ਜੇ ਤੁਸੀਂ ਜਿੱਥੇ ਲੰਗਰ ਹਾਲ ਆ, ਜਿੱਥੇ ਸ਼ਰਧਾਲੂਆਂ ਨੂੰ ਅਟੁੱਟ ਲੰਗਰ ਵਰਤਾਇਆ ਜਾਂਦਾ, ਉਹਦੇ ਜੇ ਗੈਸ ਸਿਲੰਡਰ ਤੁਸੀਂ ਉਸੇ ਮੁੱਲ 'ਤੇ ਜਾਂ ਉਹਦੇ ਤੋਂ ਵੱਧ ਮੁੱਲ ਦੇ ਰਹੇ ਜੇ, ਤੇ ਕੀ ਫਾਇਦਾ ਹੋਊਗਾ? ਜੇ ਉਹ ਤੇ ਸੇਵਾਦਾਰ ਚੱਲ ਜਾਣਗੇ, ਲੋਕਾਂ ਨੇ ਪੈਸਾ ਬਾਹਰੋਂ ਆ ਰਿਹਾ ਦੇਣਗੇ, ਜਿਹੜੇ ਸ਼ਰਧਾਲੂ ਪੈਸਾ ਦਿੰਦੇ ਆ। ਪਰ ਸਰਕਾਰ ਵੱਲੋਂ ਤਾਂ ਕੁਛ ਨਾ ਕੁਛ ਇਦਾਂ ਦੀ ਸਹੂਲਤ ਦੇਣੀ ਚਾਹੀਦੀ ਹੈ ਜਿਹਦੇ ਲੋਕਾਂ ਦੇ ਫਾਇਦੇ 'ਚ ਆ ਜੇ, ਇਹਦੇ ਉੱਤੇ ਨਾ ਜਿਹਨੂੰ ਨਿਭਾ ਰਹੇ ਲੋਕ ਸਾਰੇ। ਕਮੇਟੀ ਬਣਨੀ ਚਾਹੀਦੀ ਹੈ, ਸਬ ਕਮੇਟੀ ਨਹੀਂ, ਕਿਉਂਕਿ ਕਮੇਟੀਆਂ ਦੇ ਕਈ ਵਾਰ ਸਬ ਕਮੇਟੀਆਂ ਬਣ ਜਾਂਦੀਆਂ ਨੇ ਨਾ, ਉਹ ਲੰਬਾ ਪ੍ਰੋਸੀਜਰ ਚਲਾ ਜਾਂਦਾ। ਨੋ ਸਬ ਕਮੇਟੀ, ਸਿਰਫ ਕਮੇਟੀ ਤੱਕ ਇਹ ਮਾਮਲਾ ਨਜਿੱਠ ਜਾਣਾ ਚਾਹੀਦਾ। ਕਿਉਂਕਿ ਕਈ ਨਾ ਸਾਡੇ ਪੁਰਾਣੇ ਸਿਆਸੀ ਆਗੂ ਕਹਿੰਦੇ ਨੇ ਸਬ ਕਮੇਟੀ ਦਾ ਮਤਲਬ ਸਬ ਮਿੱਟੀ, ਸਬ ਕਮੇਟੀ, ਉਹਦੇ 'ਚ ਫਿਰ ਕੁਝ ਨਹੀਂ ਹੋਣਾ। ਇਸ ਕਰਕੇ ਕਮੇਟੀ ਤੱਕ ਠੀਕ ਹੈ ਕਿ ਕਮੇਟੀ ਬਣਾਓ, ਜੇ ਵਿਰੋਧ ਆਊਗੀ, ਰੌਲਾ ਪਊਗਾ ਤੇ ਹੋ ਸਕਦਾ ਹੈ ਕਮੇਟੀ ਬਣੇ ਔਰ ਇਹਦੇ ਉੱਤੇ ਡਿਸਕਸ਼ਨ ਹੋਵੇ ਕਿ ਕੀ ਹੋਣਾ ਚਾਹੀਦਾ ਇਸ ਮਾਮਲੇ ਦੇ ਵਿੱਚ, ਕਿਉਂਕਿ ਇਹ ਬੜਾ ਸੈਂਸਿਟਿਵ ਮਾਮਲਾ ਹੈ, ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਕੇ ਲੈਂਦਾ। ਉਹਨਾਂ ਨੇ ਸੈਂਟਰ ਤੱਕ ਭੇਜ ਦਿੱਤਾ ਕਿ ਜਿਹੜਾ ਦਿੱਤਾ ਤੁਸੀਂ ਇਹ ਸ਼ਰਧਾਲੂਆਂ ਤੇ ਜਾਣਾ, ਯਾਤਰੂਆਂ ਤੇ ਜਾਣਾ, ਇਹ 'ਚ ਸਾਡਾ ਕੋਈ ਨਹੀਂ। ਐਗਜ਼ੈਕਟਲੀ। ਸੋ ਆਪਾਂ ਅੱਗੇ ਵਧਦੇ ਹਾਂ ਜ਼ਰੂਰ, ਕਿਉਂਕਿ ਇਹਦੇ ਉੱਤੇ ਜਿਹੜੀ ਡਿਵੈਲਪਮੈਂਟ ਹੋਏਗੀ ਆਪਾਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ SGPC ਦੇ ਇਹਨਾਂ ਕਦਮਾਂ ਦੇ ਉੱਤੇ ਅੱਗੋਂ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ। ਹੁਣ ਇੱਕ ਬੜਾ ਸੈਂਸਿਟਿਵ ਮਾਮਲਾ ਹੈ, ਬੜਾ ਜ਼ਬਰਦਸਤ ਮਾਮਲਾ ਡੈਮੋਕ੍ਰੇਸੀ ਵਾਸਤੇ। ਅੱਛਾ, ਇਲੈਕਸ਼ਨਸ ਜਿਹੜੀਆਂ ਹੁੰਦੀਆਂ ਨੇ, ਮੈਨੀਫੈਸਟੋ, ਅਸੀਂ ਆਹ ਦੇਵਾਂਗੇ, ਅਸੀਂ ਉਹ ਦੇਵਾਂਗੇ, ਫ੍ਰੀ ਬੀਸ ਪੋਲਿਟਿਕਸ, ਅਸੀਂ ਆਹ ਸਕੀਮਾਂ ਦੇਵਾਂਗੇ। ਹਰ ਇੱਕ ਪੋਲੀਟੀਕਲ ਪਾਰਟੀ ਇਲੈਕਸ਼ਨਸ ਤੋਂ ਪਹਿਲਾਂ ਮੈਨੀਫੈਸਟੋ ਦੇ ਵਿੱਚ ਕਿਹੜੇ ਵਾਅਦੇ ਨਹੀਂ ਕਰਦੀ। ਅਸੀਂ ਚੰਦਰਮਾ ਵੀ ਲੈ ਕੇ ਆਵਾਂਗੇ, ਸੂਰਜ ਵੀ ਲੈ ਕੇ ਆਵਾਂਗੇ, ਉੱਥੇ ਤੇ ਗਰਮੀ ਬੜੀ ਹੁੰਦੀ, ਕੋਈ ਨਹੀਂ ਅਸੀਂ ਸ਼ਾਮ ਨੂੰ ਲੈ ਕੇ ਆਵਾਂਗੇ ਜਦੋਂ ਗਰਮੀ ਘਟ ਜਾਏਗੀ। ਇਦਾਂ ਦੇ ਵਾਅਦੇ ਕਰਦੇ ਨੇ ਜਿਹੜੇ ਇੰਪੋਸੀਬਲ ਹੋ ਨਹੀਂ ਸਕਦੇ। ਤਾਂ ਇਲੈਕਸ਼ਨ ਕਮਿਸ਼ਨ ਕੋਲੋਂ ਜਵਾਬ ਮੰਗਿਆ ਹੈ ਸੁਪਰੀਮ ਕੋਰਟ ਨੇ, ਆਨਰੇਬਲ ਨੇ, ਕਿ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਦਿਓ ਕਿ ਜਿਹੜੇ ਵੱਡੇ ਵਾਅਦੇ ਕਰਦੇ ਨੇ ਉਹ ਪੂਰੇ ਕਿਹਨੇ ਕਰਦੇ ਨੇ। ਤਾਂ ਕਿਉਂ ਨਾ ਜਿਹੜਾ ਮੈਨੀਫੈਸਟੋ ਹੈ ਹਰ ਇੱਕ ਪਾਰਟੀ ਦਾ, ਉਹਨੂੰ ਲੀਗਲ ਡਾਕੂਮੈਂਟ ਬਣਾ ਕੇ ਰਜਿਸਟਰ ਕਰ ਦਿੱਤਾ ਜਾਵੇ ਕਿ ਜਿਹੜਾ ਇਸ ਦਾਇਰੇ ਤੋਂ ਬਾਹਰ ਆਉਂਦਾ ਉਹਦੇ ਖਿਲਾਫ ਐਕਸ਼ਨ ਲਿੱਤਾ ਜਾਵੇ। ਇਹ ਬੜਾ ਵੱਡਾ ਇਹਨਾਂ ਅੱਛਾ ਡਿਸੀਜਨ ਲਿਆ, ਇਸ ਕਰਕੇ ਲਿਆ ਕਿ ਜਿਹੜੇ ਮੈਨੀਫੈਸਟੋ ਹੈ ਨਾ, ਮੈਨੀਫੈਸਟੋ 'ਚ ਬੜੀਆਂ ਲੋਕ ਲੁਭਾਣੇ ਜਿਹੜੇ ਮਸਲੇ ਹੁੰਦੇ ਆ ਵੀ ਅਸੀਂ ਧੰਨਵਾਦ ਦੇਵਾਂਗੇ ਜਿੱਦਾਂ ਤੁਸੀਂ ਕਿਹਾ, ਪਰ ਇਹਦੇ 'ਚ ਇਹ ਇਹਨਾਂ ਨੇ ਲਕੂਨਾ ਰੱਖਿਆ ਕਿ ਇਹ ਡਾਕੂਮੈਂਟਸ ਜਿਹੜਾ ਇਹਨੂੰ ਅਸੀਂ ਕਿਉਂ ਨਹੀਂ ਲੀਗਲ ਡਾਕੂਮੈਂਟਸ ਬਣਾ ਦਿੰਦੇ ਕਿ ਪਤਾ ਲੱਗੇ ਕਿ ਆਹ ਲੀਗਲ ਹੈ, ਐਡਵਾਈਜ਼ ਕੀਤਾ ਗਿਆ, ਇਹ 'ਚ ਆਹ ਧਾਰਾ ਵੀ ਲੱਗ ਸਕਦੀ ਹੈ, ਮੂੰਹ ਬੋਲਿਆ ਹਰ ਸ਼ਬਦ ਜਿਹੜਾ ਉਹ ਕਾਨੂੰਨ ਨਹੀਂ ਹੋਊਗਾ। ਇਹਨਾਂ ਨੇ ਕਿਹਾ ਕਿ ਉਹਦੇ 'ਚ ਇਹਨੂੰ ਰੋਕਿਆ ਜਾਵੇ। ਇਹਦੇ ਵਿੱਚ ਇਹਨਾਂ ਨੇ ਜੁਡੀਸ਼ਰੀ ਵੀ ਇਨਵੋਲਵ ਹੋ ਗਈ ਹੈ, ਇਹਦੇ 'ਚ ਇਲੈਕਸ਼ਨ ਕਮਿਸ਼ਨਰ ਵੀ ਆ ਗਿਆ, ਕਿਉਂਕਿ ਜਿਹੜੇ ਮਸਲੇ ਹੁੰਦੇ ਆ ਇਲੈਕਸ਼ਨ ਕਮਿਸ਼ਨ ਨੂੰ ਪਤਾ ਹੁੰਦਾ, ਮੈਨੀਫੈਸਟੋ ਉਹਨਾਂ ਕੋਲ ਜਮ੍ਹਾਂ ਹੁੰਦਾ ਉਸ ਵੇਲੇ। ਔਰ ਇਹਨਾਂ ਨੇ ਕਹਿਤਾ ਕਿ ਇਹਨੂੰ ਰੋਕਿਆ ਜਾਵੇ, ਇਸ ਕਰਕੇ ਰੋਕਿਆ ਜਾਵੇ ਕਿ ਇਹ 'ਚ ਭਾਈ ਭਤੀਜਾਵਾਦ ਨਾ ਆਵੇ, ਆਪਣਿਆਂ ਨੂੰ ਸਹੂਲਤਾਂ ਨਾ ਦਿੱਤੀਆਂ ਜਾਣ, ਉਹ ਰੇਵੜੀ ਪ੍ਰਸ਼ਾਦ ਫਿਰ ਦੁਬਾਰਾ ਨਾ ਵੰਡਿਆ ਜਾਵੇ, ਉਹ ਰੇਵੜੀ ਕਲਚਰ ਨੂੰ ਦੁਬਾਰਾ ਰਿਵਾਈਵ ਨਾ ਕੀਤਾ ਜਾਵੇ। ਇਹਨੂੰ ਰੋਕਣ ਲਈ ਇਹਨਾਂ ਨੇ ਕਿਹਾ, ਤੇ ਇਸ ਕਰਕੇ ਕਹਿਤਾ ਕਿ ਇਹ ਜਿਹੜੀਆਂ ਸਹੂਲਤਾਂ ਜਿੱਥੇ ਸਬਸਿਡੀਆਂ ਬਹੁਤ ਵੰਡੀਆਂ ਜਾਂਦੀਆਂ, ਸਾਰਾ ਪੈਸਾ ਅੰਜਾਈ ਜਾਂਦਾ,
ਹੋਰ ਇਹਦੇ 'ਚ ਹੁਣ ਕਿ ਸਬਸਿਡੀ ਆ ਗਈ ਆ, ਸ਼ਾਇਦ ਇਹ 'ਚ ਤੁਸੀਂ ਕੀਤਾ ਉਹ ਮੈਂਸ਼ਨ, ਜਿਹੜੇ ਖੇਤੀ ਦੇ ਔਜ਼ਾਰ ਆ, ਜਿਹੜੇ ਐਗਰੀਕਲਚਰ ਇੰਪਲੀਮੈਂਟਸ ਆ, ਉਹਨਾਂ 'ਚ ਵੀ ਸਬਸਿਡੀ ਦੇਤੀ ਆ। ਉਹਨਾਂ ਨੇ ਕਹਿਤਾ ਕਿ 15 ਅਗਸਤ ਤੱਕ ਸਬਮਿਟ ਕਰ ਦਿਓ ਕੀ ਲੈਣਾ ਤੁਸੀਂ, ਔਰ ਉਹਦੇ 'ਤੇ ਤੁਹਾਨੂੰ ਕਿੰਨੇ % ਸਬਸਿਡੀ ਮਿਲੂਗੀ। ਫਿਰ ਸਹੂਲਤਾਂ ਤਾਂ ਹੈ ਹੀ ਹੈ, ਇਹ ਤਾਂ ਖੇਤੀਬਾੜੀ ਨੂੰ ਮਿਲਣੀ ਹੈ, ਜ਼ਰੂਰੀ ਹੈ। ਸ਼੍ਰੀਲੰਕਾ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ, ਸਭ ਤੋਂ ਜ਼ਿਆਦਾ ਸਬਸਿਡੀਜ਼ ਸ਼੍ਰੀਲੰਕਾ ਨੇ ਦਿੱਤੀਆਂ, ਔਰ ਅੱਜ ਜੋ ਹਾਲਤ ਹੈ ਸ਼੍ਰੀਲੰਕਾ ਦੀ ਅਸੀਂ ਦੇਖਦੇ ਪਏ। ਦੇਖ ਲਓ, ਪੈਸੇ ਤੋਂ ਉਣੇ ਔਰ ਉੱਥੇ ਬਗਾਵਤ ਹੋ ਗਈ, ਸਭ ਕੁਝ ਹੋ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ, ਇਕਨੋਮਿਕਲੀ ਡਾਊਨ ਹੋ ਗਏ, ਰੋਜੀ ਰੋਟੀ ਤੋਂ ਖਤਮ ਜੀ। ਤੇ ਆਪਾਂ ਹੁਣ ਚੱਲੀਏ, ਜ਼ਰੂਰ, ਸਮਾਂ ਹੋ ਗਿਆ। ਬਿਲਕੁਲ। ਤੇ ਆਪਣੇ ਦਰਸ਼ਕਾਂ ਨਾਲ ਵਾਅਦਾ ਕਿ ਹੁਣ ਫਿਰ ਨਵੇਂ ਐਪੀਸੋਡ ਦੇ ਵਿੱਚ ਆਵਾਂਗੇ, ਨਵੇਂ ਮਸਲੇ ਲੈ ਕੇ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।